ਨਮਸਕਾਰ, ਸਤਿ ਸ੍ਰੀ ਅਕਾਲ। ਜਾਗੋ ਪੰਜਾਬ ਵਿੱਚ ਤੁਹਾਡਾ ਸਵਾਗਤ। ਅਸੀਂ ਨਾਰਥ ਅਮਰੀਕਾ ਦੇ ਗਲੋਬਲ ਪੰਜਾਬ ਅਤੇ ਇੰਗਲੈਂਡ ਤੇ ਯੂਰਪ ਦੇ ਸੰਗਤ ਟੈਲੀਵਿਜ਼ਨ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। ਦੋਸਤੋ, ਗੱਤਕਾ ਖੇਡ ਨੂੰ ਕੌਣ ਨਹੀਂ ਜਾਣਦਾ। ਹਰ ਨਗਰ ਕੀਰਤਨ ਵੇਲੇ ਗੱਤਕਾ ਖੇਡਣਾ ਇੱਕ ਖਾਸ ਝਲਕ ਹੁੰਦੀ ਹੈ। ਗੁਰੂ ਕਾਲ ਤੋਂ ਹੀ ਸਿੱਖ ਸਮਾਜ ਵਿੱਚ ਗੱਤਕਾ ਖੇਡਿਆ ਜਾਂਦਾ, ਪਰ ਹੁਣ ਇਸ ਨੂੰ ਇੱਕ ਖੇਡ ਦਾ ਰੂਪ ਦਿੱਤਾ ਗਿਆ। ਹੁਣ ਗੱਤਕਾ ਨਮਾਇਸ਼ ਦੀ ਇੱਕ ਕਲਾ ਨਹੀਂ, ਸਗੋਂ ਇੱਕ ਕਿੱਤਾਮਈ ਖੇਡ ਤੇ ਪੜ੍ਹਾਈ ਦਾ ਸਿਲੇਬਸ ਬਣ ਚੁੱਕੀ ਹੈ। ਗੱਤਕਾ ਖੇਡ ਨੂੰ ਇੱਕ ਨਵਾਂ ਪਲੇਟਫਾਰਮ ਦਿੱਤਾ ਜਾ ਚੁੱਕਾ ਹੈ। ਇਸ ਨੂੰ ਇੱਕ ਖਾਸ ਮਕਾਮ ਦੇਣ ਵਾਲੀ ਹਸਤੀ ਅੱਜ ਸਾਡੇ ਸਟੂਡੀਓ ਵਿੱਚ ਬਿਰਾਜਮਾਨ ਹੈ। ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਹਰਜੀਤ ਸਿੰਘ ਗਰੇਵਾਲ ਨਾਲ ਅਸੀਂ ਗੱਤਕਾ ਦੇ ਇਤਿਹਾਸ ਅਤੇ ਵਿਕਾਸ ਬਾਰੇ ਗੱਲਾਂ ਕਰਾਂਗੇ। ਗਰੇਵਾਲ ਜੀ, ਤੁਹਾਡਾ ਸਟੂਡੀਓ ਵਿੱਚ ਬਹੁਤ ਬਹੁਤ ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ। ਆਪਾਂ ਗੱਤਕਾ ਦੀ ਗੱਲ ਕਰੀਏ ਹੈਗੀ, ਇਹ ਗੱਤਕਾ ਕਦੋਂ ਤੋਂ ਖੇਡਿਆ ਗਿਆ? ਗੁਰੂ ਕਾਲ ਤੋਂ ਜਾਂ ਗੁਰੂ ਕਾਲ ਤੋਂ ਪਹਿਲਾਂ ਵੀ ਇਹਨੂੰ ਖੇਡਦੇ ਰਹਿ ਗਿਆ, ਜਿਹੜਾ ਸਿੱਖ ਸਮਾਜ ਜਾਂ ਨਿਹੰਗ ਸਿੰਘ ਹੀ ਖੇਡਦੇ ਰਹਿ ਗਏ ਨੇ? ਅਸਲ 'ਚ ਜਿਹੜੀ ਗੱਤਕੇ ਦੀ ਸ਼ੁਰੂਆਤ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਰੱਖੀ, ਅਤੇ ਉਹਨਾਂ ਨੇ ਜਦੋਂ ਜੰਗਾਂ ਯੁੱਧਾਂ ਦੀ ਇਸ ਨੂੰ ਇੱਕ ਪੂਰੀ ਬਾਕਾਇਦਾ ਸ਼ਸਤਰ ਵਿੱਦਿਆ ਦਾ ਇੱਕ ਪਾਰਟ ਬਣਾਇਆ। ਬਿਲਕੁਲ, ਸ਼ਸਤਰ ਵਿੱਦਿਆ ਗੁਰੂ ਸਾਹਿਬ ਨੇ ਹਰ ਸਿੱਖ ਲਈ ਇੱਕ ਲਾਜ਼ਮੀ ਕੀਤੀ, ਜਿਹਦੇ 'ਚ ਘੋੜ ਸਵਾਰੀ, ਤੀਰ ਅੰਦਾਜ਼ੀ, ਹੋਰ ਬਹੁਤ ਵੱਡਾ ਸ਼ਸਤਰ ਵਿੱਦਿਆ ਦਾ ਘੇਰਾ ਬਹੁਤ ਵੱਡਾ, ਉਹਦਾ ਇੱਕ ਪਾਰਟ ਗੱਤਕਾ। ਬਿਲਕੁਲ। ਅਤੇ ਅਸੀਂ ਕਈ ਵਾਰੀ ਗੱਤਕੇ ਨੂੰ ਹੀ ਸ਼ਸਤਰ ਵਿੱਦਿਆ ਨਾਲ ਰਲਗੱਡ ਕਰ ਦਿੰਦੇ ਹਾਂ, ਪਰ ਸਿੱਖ ਸ਼ਸਤਰ ਵਿੱਦਿਆ ਜਿਹੜੀ ਬਹੁਤ ਵੱਡਾ ਭੰਡਾਰ ਹੈ ਇੱਕ। ਅਤੇ ਗੁਰੂ ਸਾਹਿਬ ਆਪ ਖੁਦ ਅਕਾਲ ਤਖ਼ਤ 'ਤੇ ਗੱਤਕੇ ਦੀਆਂ ਖੇਡਾਂ ਕਰਵਾਇਆ ਕਰਦੇ ਸੀ, ਸਿਖਾਉਂਦੇ ਸੀ। ਹਰ ਸਿੱਖ ਨੂੰ ਸੀਗਾ ਕਿ ਘੋੜ ਸਵਾਰ ਹੋਵੇ, ਵਧੀਆ ਸ਼ਸਤਰ ਹੋਣ, ਤੇ ਸੋਟੀ ਦਾ ਗੱਤਕੇ ਦਾ ਧਨੀ ਹੋਵੇ। ਉਸ ਤੋਂ ਜਿਹੜਾ ਗੱਤਕਾ ਚੱਲਦਾ ਆਇਆ, ਫਿਰ ਹੌਲੀ ਹੌਲੀ ਜਿਹੜਾ ਸੀਗਾ ਇਹ ਨਿਹੰਗ ਸਿੰਘਾਂ ਦੀ ਇੱਕ ਖਾਸ ਖੇਡ ਬਣ ਕੇ ਰਹਿ ਗਿਆ ਸੀ। ਤੇ ਹਾਂਜੀ, ਜਿਉਂ-ਜਿਉਂ ਸਮਾਂ ਬਦਲਦਾ ਗਿਆ, ਲੜਾਈ ਦੇ ਢੰਗ ਬਦਲਦੇ ਗਏ, ਸ਼ਸਤਰ ਮਾਰੂ ਸ਼ਸਤਰ ਆ ਗਏ, ਤੇ ਉਸ ਨੇ ਥੋੜ੍ਹਾ ਜਿਹਾ ਜਿਹੜੀ ਸਾਡੀ ਇਹ ਰਵਾਇਤੀ ਇੱਕ ਕਲਾ ਸੀ, ਇਸ ਨੂੰ ਥੋੜ੍ਹੀ ਜਿਹੀ ਉਸਨੇ ਢਾਹ ਲਾਈ। ਲੇਕਿਨ ਸਾਡਾ ਜਿਹੜਾ ਨਿਹੰਗ ਸਿੰਘਾਂ ਦੀ ਖੇਡ ਇਹ ਬਣਿਆ ਰਿਹਾ। ਫਿਰ ਕਿਤੇ ਆ ਕੇ 1935-36 ਦੀ ਕਿਤੇ ਗੱਲ ਹੈ, ਜਦੋਂ ਪੰਜਾਬ ਯੂਨੀਵਰਸਿਟੀ ਲਾਹੌਰ ਸੀ, ਤਾਂ ਉਸ ਵੇਲੇ ਇਹ ਫਿਰ ਸਾਡੇ ਕੋਲ ਜੋ ਰਿਕਾਰਡ ਮੌਜੂਦ ਹੈ ਇਹਦਾ, ਤਾਂ ਇੱਕ ਯੂਨੀਵਰਸਿਟੀਆਂ ਦੀ ਉਸ ਵੇਲੇ ਇੱਕ ਖੇਡ ਬਣਿਆ ਜੀ। ਉਸ ਵੇਲੇ ਜਿਹੜੀ ਯੂਨੀਵਰਸਿਟੀ, ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਜਿਹੜੀ ਉਸ ਟਾਈਮ ਆਜ਼ਾਦੀ ਤੋਂ ਪਹਿਲਾਂ ਲਾਹੌਰ ਵਿੱਚ ਸੀ, ਉੱਥੇ ਬਕਾਇਦਾ ਤੌਰ ਤੇ ਇੱਕ ਪ੍ਰਵਾਨਿਤ ਖੇਡ ਸੀ ਜੀ। ਇਹਦੀ ਸਾਡੇ ਕੋਲੇ ਇੱਕ ਰੂਲ ਬੁੱਕ ਵੀ ਆ ਪੁਰਾਣੀ। ਹਾਂਜੀ। ਮੇਜਰ ਕਰਤਾਰ ਸਿੰਘ ਅਕਾਲੀ ਉੱਥੇ ਫਿਜ਼ੀਕਲ ਡਾਇਰੈਕਟਰ ਸੀਗੇ, ਤਾਂ ਯੂਨੀਵਰਸਿਟੀ ਜਦੋਂ ਇਹ ਖੇਡ ਸੀ, ਜਦੋਂ ਵੀ ਕੋਈ ਖੇਡ ਹੁੰਦੀ ਹੈ ਉਹਦੀ ਇੱਕ ਰੂਲ ਬੁੱਕ ਬਣਦੀ ਹੈ ਜੀ। ਅਸੀਂ ਵੀ ਜਦੋਂ ਇਸ ਨੂੰ ਹੁਣ ਦੁਬਾਰਾ ਉਸ ਨੂੰ ਰਿਵਾਈਵ ਕੀਤਾ ਇੰਨੇ ਸਾਲਾਂ ਬਾਅਦ, ਤਾਂ ਇੱਕ ਰੂਲ ਬੁੱਕ ਤਿਆਰ ਕਰਵਾਈ, ਅਤੇ ਉਹ ਰੂਲ ਬੁੱਕ 1936 'ਚ ਜਿਹੜੀ ਬਣੀ ਸੀ, ਔਰ ਪਹਿਲੀ ਇਤਿਹਾਸ ਦੀ ਦੁਨੀਆ ਦੀ ਪਹਿਲੀ ਇੱਕ ਰੂਲ ਬੁੱਕ ਉਹਨਾਂ ਨੇ ਤਿਆਰ ਕੀਤੀ ਸੀ ਕਿ ਗੱਤਕਾ ਖੇਡਣਾ ਕਿਵੇਂ ਆ, ਗੱਤਕੇ 'ਚ ਅੰਕ ਕਿੱਦਾਂ ਲਏ ਜਾਂਦੇ ਆ, ਗੱਤਕੇ ਦੀ ਪੁਸ਼ਾਕ ਕੀ ਹੋਵੇ, ਕਿਸ ਤਰ੍ਹਾਂ ਗੱਤਕੇ ਨੂੰ ਮਤਲਬ ਹਰ ਸਟੈਪ ਕਿਸ ਤਰ੍ਹਾਂ ਲਿਆ ਜਾਵੇ। ਅਤੇ ਫਿਰ ਇਹ 1936 'ਚੋਂ ਖੇਡਦੀ ਆਉਂਦੀ ਗਈ, ਅਤੇ ਦੇਸ਼ ਦੀ ਵੰਡ ਵੀ ਹੋਈ। ਉਸ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਥਾਪਨਾ ਹੋਈ, ਤਾਂ ਉਹਨਾਂ ਨੇ ਵੀ ਉੱਥੇ ਚਾਲੂ ਕੀਤੀ। 1984-85 ਤੱਕ ਜਿਹੜੀ ਹੈ ਇਹ ਖੇਡ ਬਾਕਾਇਦਾ ਪੰਜਾਬ ਦੇ ਵਿੱਚ, ਪੰਜਾਬ ਯੂਨੀਵਰਸਿਟੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਡਰ ਜਿੰਨੇ ਕਾਲਜਸ ਸੀਗੇ, ਤੇ ਉਸ ਵੇਲੇ ਇਹਨਾਂ ਦਾ ਇੱਕ ਖੇਡਾਂ ਇੱਕ ਅਪਰੂਵਡ ਖੇਡ ਸੀ। ਹਰ ਸਾਲ ਬਾਕਾਇਦਾ ਦੂਜੀਆਂ ਖੇਡਾਂ ਦੇ ਨਾਲ ਇਸ ਖੇਡ ਤੋਂ ਮੁਕਾਬਲੇ ਕਰਵਾਏ ਜਾਂਦੇ ਸੀ। ਅੱਛਾ, ਜਿਹੜੀ ਖੇਡ ਹੈਗੀ ਗੱਤਕਾ ਖੇਡ, ਇਹ ਮਾਨਸਿਕ ਤੌਰ 'ਤੇ ਔਰ ਜਿਸਮਾਨੀ ਤੌਰ 'ਤੇ ਇਹ ਦੋਨਾਂ ਨੂੰ ਨਾਲ ਲੈ ਕੇ ਚੱਲਦੀ ਹੈਗੀ ਹੈ, ਕਿ ਜਿਹੜਾ ਇੱਕ ਮਾਨਸਿਕ ਤੌਰ 'ਤੇ ਮਜ਼ਬੂਤ ਹੈਗਾ ਪਲੇਅਰ ਉਹੀ ਜਿੱਤਦਾ ਹੈਗਾ, ਜਿਹੜਾ ਦੋਨਾਂ 'ਚ ਮਾਨਸਿਕ ਵੀ ਔਰ ਜਿਸਮਾਨੀ ਤੌਰ 'ਤੇ? ਦੇਖੋ ਜੀ, ਸਭ ਤੋਂ ਜੇ ਆਪਾਂ ਖੇਡ ਇਹ ਲਾ ਲਈਏ, ਕੁਛ ਕੁ ਖੇਡਾਂ ਨੇ ਜਿਨ੍ਹਾਂ ਦਾ ਆਈ ਕੰਟੈਕਟ ਤੋਂ ਬਿਨਾਂ ਖੇਡ ਖਤਮ ਹੈ। ਖੇਡ ਖਤਮ ਇਸੇ ਤਰ੍ਹਾਂ ਜਿਸ ਤਰ੍ਹਾਂ ਬਾਕਸਿੰਗ ਹੈ, ਬਾਕਸਿੰਗ 'ਚ ਹਰ ਖਿਡਾਰੀ ਨੂੰ ਇੱਕ ਦੂਜੇ ਨਾਲ ਅੱਖ ਚੱਕ ਕੇ ਪਾਉਣੀ ਪੈਂਦੀ ਆ, ਲੇਕਿਨ ਉਸ ਤੋਂ ਵੀ ਜ਼ਿਆਦਾ ਇਹ ਹੈ ਕਿ ਇੱਥੇ ਖਤਰਨਾਕ ਇੱਕ ਡੰਡਾ ਪੈਂਦਾ ਬੰਦੇ ਤੇ, ਸੋਟੀ ਲੱਗਦੀ ਹੈ, ਤੇ ਇਸ ਕਰਕੇ ਆਈ ਕੰਟੈਕਟ ਤੋਂ ਬਿਨਾਂ ਇੱਕ ਬੰਦੇ ਖੇਡ ਨਹੀਂ ਖੇਡੀ ਜਾ ਸਕਦੀ, ਤੇ ਜੇ ਸਰੀਰ 'ਚ ਜਾਨ ਹੋਊ ਉਸ ਤੋਂ ਬਿਨਾਂ ਤਾਂ ਸੋਟੀ ਵੀ ਨਹੀਂ ਵੱਜਦੀ। ਤੀਸਰੀ ਗੱਲ, ਸਭ ਤੋਂ ਵੱਡੀ ਗੱਲ ਜਿਹੜੀ ਇਹਦੇ 'ਚ ਜਿਹੜੀ ਜੋਸ਼ ਹੈ, ਇੱਕ ਅਧਿਆਤਮਿਕ ਬੰਦੇ ਦਾ ਧਾਰਮਿਕ ਜੋਸ਼ ਜਿਹੜਾ ਪੈਦਾ ਹੁੰਦਾ, ਉਹ ਕਿਸੇ ਹੋਰ ਖੇਡ 'ਚ ਨਹੀਂ ਹੁੰਦਾ। ਉਹ ਇਸੇ ਖੇਡ ਨੂੰ ਇੱਕ ਜਿਹੜੀ ਗੁਰੂ ਮਹਾਰਾਜ ਦੀ ਇੱਕ ਦੇਣ ਹੈਗੀ ਆ। ਅੱਛਾ, ਕਈ ਵਾਰ ਦੇਖਿਆ ਹੈਗਾ ਅੱਜ ਕੱਲ੍ਹ ਜਿਹੜੇ ਕਈ ਸ਼ੋਅ ਵੀ ਚੱਲਦੇ ਹੈਗੇ ਨੇ, ਉਹਦੇ ਜਿਹੜਾ ਬੜਾ ਖਤਰਨਾਕ ਅੱਖਾਂ ਦੇ ਪੱਟੀ ਬਣ ਕੇ ਸਿਰ ਤੇ ਨਾਰੀਅਲ ਤੋੜਨਾ, ਕਿਰਪਾਨ, ਉਹ ਵੀ ਇਹ ਗੱਤਕੇ ਦਾ ਰੂਪ ਹੀ ਹੈਗਾ ਕੁਛ? ਤੁਸੀਂ ਬਹੁਤ ਵਧੀਆ ਸਵਾਲ ਕੀਤਾ ਜੀ। ਮੈਂ ਜਿੰਨੇ ਵੀ ਅੱਜ ਡੇ ਐਂਡ ਨਾਈਟ 'ਤੇ ਦਰਸ਼ਕ ਗੱਤਕੇ ਬਾਰੇ ਵਿਕਾਸ ਅਤੇ ਇਸ ਦਾ ਖੇਡ ਦਾ ਜਿਹੜਾ ਆਪਾਂ ਅੱਜ ਚਰਚਾ ਕਰ ਰਹੇ ਹਾਂ, ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰੂੰਗਾ ਕਿ
ਗੱਤਕੇ ਗੁਰੂ ਸਾਹਿਬ ਨੇ ਗੱਤਕਾ ਜੋ ਸਾਨੂੰ ਦਿੱਤਾ, ਅਸੀਂ ਉਸ ਨੂੰ ਜਿਹੜੀ ਸਾਡੀ ਗੱਤਕਾ ਫੈਡਰੇਸ਼ਨ ਆਫ ਇੰਡੀਆ, ਵਰਲਡ ਗੱਤਕਾ ਫੈਡਰੇਸ਼ਨ ਜਾਂ ਏਸ਼ੀਅਨ ਗੱਤਕਾ ਫੈਡਰੇਸ਼ਨ, ਅਸੀਂ ਤਹੀਆ ਕੀਤਾ ਹੈ ਕਿ ਗੁਰੂ ਮਹਾਰਾਜ ਵੱਲੋਂ ਵਰਸੋਈ ਹੋਈ ਖੇਡ ਨੂੰ ਹੀ ਅਸੀਂ ਪ੍ਰਮੋਟ ਕਰਨਾ ਹੈ। ਨੰਬਰ 1, ਜਿਸ ਬੰਦਾ ਵੀ ਜੋ ਵੀ ਇਹਦੇ ਵਿੱਚ ਬਾਜ਼ੀਗਰੀ, ਇਹਦੇ ਵਿੱਚ ਕੌਤਕ, ਨਾਟਕ ਚੇਟਕ ਲੈ ਕੇ ਆਉਂਦਾ ਹੈ, ਅਸੀਂ ਉਸ ਤੋਂ ਲਾਂਭੇ ਹਾਂ। ਅਸੀਂ ਉਹਨਾਂ ਨੂੰ ਬਿਲਕੁਲ ਵੀ ਆਪਣੀ ਕਿਸੇ ਵੀ ਖੇਡ 'ਚ ਸ਼ਾਮਲ ਨਹੀਂ ਕਰਦੇ। ਗੁਰੂ ਮਹਾਰਾਜ ਨੇ ਖੁਦ ਕਿਹਾ, ਨਾਟਕ ਚੇਟਕ ਕੀ ਇੱਕ ਕੋਕਾਜਾ ਪ੍ਰਭ ਲੋਗਨ ਕੋ ਆਵਤ ਲਾਜਾ। ਤੇ ਉਹ ਸਾਡੀ ਖੇਡ ਦਾ ਪਾਰਟ ਨਹੀਂ, ਉਹ ਬਾਜ਼ੀਗਰੀ ਆ। ਉਹ ਕਿਵੇਂ ਲੋਕ ਇਹ ਲੈ ਕੇ ਆ ਰਹੇ ਨੇ ਸਾਨੂੰ ਸਮਝ ਤੋਂ ਬਾਹਰ ਹੈ, ਕਿਉਂਕਿ ਸਾਡੇ ਗੁਰੂ ਸਾਹਿਬ ਨੇ ਕਦੇ ਮੂੰਹ 'ਚੋਂ ਅੱਗ ਕੱਢਣੀ, ਕਦੇ ਬਰਫ਼ ਤੋੜਨੀ, ਸਿੱਲਾਂ ਕਰਨਾ, ਕਿੱਲਾਂ 'ਤੇ ਸੌਣਾ, ਜਾਂ ਟਰੈਕਟਰ ਉੱਪਰੋਂ ਲਗਾਉਣਾ, ਲੱਕੜਾਂ ਤੋੜਨੀਆਂ, ਜਾਂ ਇੱਦਾਂ ਕੋਈ ਕਰਨਾ, ਇਹ ਤੋਬਾ, ਇਹ ਮਤਲਬ ਸਾਡਾ ਗੱਤਕੇ ਦਾ ਪਾਰਟ ਨਹੀਂ। ਅਸੀਂ ਸਾਰੇ ਵੀਰਾਂ ਨੂੰ ਅਪੀਲ ਕਰਾਂਗੇ ਕਿ ਗੱਤਕੇ ਨੂੰ ਗੱਤਕਾ ਹੀ ਰਹਿਣ ਦਿਓ। ਤੇ ਇਹ ਵੀ ਬੇਨਤੀ ਕਰਾਂਗੇ ਤੇ ਜਿਹੜੀ ਕੋਈ ਟੀਮ ਇਹੋ ਜਿਹਾ ਖੇਡਣ ਆਉਂਦੀ ਆ, ਉਹਨੂੰ ਹੱਥ ਬੰਨ੍ਹ ਕੇ ਕਰੋ ਬੇਨਤੀ ਕਿ ਸਿਰਫ ਗੱਤਕਾ ਖੇਡਣਾ। ਉਹ ਸਟੰਟਬਾਜ਼ੀ ਹੈਗੀ। ਸਟੰਟ। ਇੱਕ ਮੈਂ ਹੋਰ ਵੀ ਬੇਨਤੀ ਕਰੂੰਗਾ ਜੀ, ਤੇ ਜੇ ਕਿਤੇ ਕੋਈ ਅੱਖ ਬੰਨ੍ਹ ਕੇ ਕੇਲਾ ਕੱਟਦਾ ਹੈ, ਨਾਰੀਅਲ ਤੋੜਦਾ ਹੈ, ਤੇ ਤੁਸੀਂ ਬਸ ਇੰਨਾ ਹੀ ਕਰਿਓ, ਉਹ ਵੀਰ ਨੂੰ ਬੇਨਤੀ ਕਰ ਦਿਓ ਤੇ ਉਹਦੀਆਂ ਅੱਖਾਂ ਖੁਦ ਬੰਨ੍ਹ ਦਿਓ। ਉਹਨੂੰ ਕਹੋ ਜੀ ਤੁਸੀਂ ਨਹੀਂ ਪੱਟੀ ਬੰਨਣੀ, ਅਸੀਂ ਬੰਨਾਂਗੇ। ਇੱਕ ਉਹਦਾ ਢੋਲ ਬੰਦ ਕਰਾ ਦਿਓ, ਤੇ ਜੇ ਉਹ ਕੇਲਾ ਕੱਟ ਜੇ ਤਾਂ ਮੈਂ ਜਵਾਬਦੇਹ ਹੋਊਂਗਾ ਜੀ। ਜਾਣੀ ਕਿ ਉਹ ਮੈਂ ਕੁਝ ਨਹੀਂ ਪੜਦੇ ਜੀ, ਪੜਦਾ ਹੈਗਾ। ਮੈਂ ਕੁਝ ਨਹੀਂ ਕਹਿਣਾ ਚਾਹੁੰਦਾ, ਮੈਂ ਇੰਨਾ ਹੀ ਕਹੂੰਗਾ, ਬੇਨਤੀ ਕਰੂੰਗਾ ਜੀ ਕਿ ਅੱਖਾਂ ਦਰਸ਼ਕ ਬਣ ਦੇਣ ਉਹਨਾਂ ਦੀਆਂ, ਬਸ। ਫਿਰ ਮੈਨੂੰ ਦਿਖਾ ਦਿਓ ਜੇ ਕੇਲਾ ਕੱਟਿਆ ਗਿਆ, ਬਸ ਇੰਨੀ ਆ ਜੀ ਗੱਲ। ਇਹਦਾ ਜਿਹੜਾ ਪਹਿਰਾਵਾ ਹੈਗਾ ਉਹ ਕੀ ਹੈਗਾ, ਔਰ ਕਿੰਨੇ ਮਿੰਟ ਦੀ ਖੇਡ ਹੈਗੀ ਹੈ ਜੀ? ਗੱਤਕਾ ਜੀ ਅਕਸਰ ਤੁਸੀਂ 2 ਤਰੀਕਿਆਂ ਨਾਲ ਦੇਖਦੇ ਹੋ। ਇੱਕ ਹੈ ਨਗਰ ਕੀਰਤਨਾਂ ਦੇ ਦੌਰਾਨ ਜਿਹੜਾ ਅਸੀਂ ਪ੍ਰਦਰਸ਼ਨੀ ਦੇਖਦੇ ਹਾਂ, ਇੱਕ ਉਹ ਸ਼ਸਤਰਾਂ ਦੀ ਪ੍ਰਦਰਸ਼ਨੀ ਹੁੰਦੀ ਹੈ, ਉਹ ਆਪਣੇ ਸਕਿੱਲ ਐਕਸਪਰਟੀਜ਼ ਤੁਹਾਨੂੰ ਦਿਖਾ ਰਿਹਾ ਹੁੰਦਾ। ਇੱਕ ਹੈਗੀ ਆ ਖੇਡ ਜਿਹੜੀ ਗਰਾਊਂਡ ਦੀ ਖੇਡ ਹੈ, ਬਾਕਾਇਦਾ ਨਿਯਮਬੱਧ ਖੇਡ ਹੈ। ਇੱਕ ਗਰਾਊਂਡ ਹੈ ਮਿੱਥਿਆ ਹੋਇਆ, ਟਾਈਮ ਮਿੱਥਿਆ ਹੋਇਆ, ਹਰ ਉਹਦੇ ਅੰਕ, ਫਾਉਲ, ਸਕੋਰ ਸਭ ਕੁਝ ਮਿੱਥੇ ਹੋਏ ਨੇ। ਤੇ ਉਹ ਜਿਹੜੀ ਹੈਗੀ 3.5 ਮਿੰਟ ਦੀ ਖੇਡ ਹੁੰਦੀ ਹੈ ਜੀ, ਜੋ ਪੁਰਾਤਨ ਚੱਲੀ ਆਉਂਦੀ ਆ। ਅਸੀਂ ਵੀ ਉਸੇ ਨੂੰ ਫੋਲੋ ਕੀਤਾ। 1936 ਦੇ ਰੂਲਸ ਹੀ ਅਸੀਂ ਫੋਲੋ ਕੀਤੇ ਆ। ਲੇਕਿਨ 1936 ਤੋਂ ਬਾਅਦ ਜਿਹੜੇ ਅੱਜ ਦੇ ਸੰਦਰਭ 'ਚ ਕੁਝ ਚੇਂਜਸ ਆਈਆਂ ਨੇ, ਉਹਨਾਂ ਨੂੰ ਜ਼ਰੂਰ ਚੇਂਜਸ ਨੂੰ ਅਡੋਪਟ ਕੀਤਾ। ਫੋਰ ਐਗਜ਼ਾਮਪਲ ਜਿਵੇਂ ਅੱਜ ਕੱਲ੍ਹ ਤੁਸੀਂ ਡੋਪਿੰਗ ਆ ਗਈ ਹੈ ਜਾਂ ਹੋਰ ਇੱਦਾਂ ਦੇ ਆ ਗਏ ਮੈਥਡ, ਤੇ ਉਹ ਅਸੀਂ ਆਪਣੀ ਰੂਲ ਬੁੱਕ 'ਚ ਅਡੋਪਟ ਕੀਤੇ ਆ। 3.5 ਮਿੰਟ ਦੀ ਖੇਡ ਹੈ, 1.5 ਮਿੰਟ 30 ਸੈਕਿੰਡ ਦੀ ਬ੍ਰੇਕ ਆ ਜਾਂਦੀ ਹੈ ਜੀ। ਤੇ ਉਹ ਮਤਲਬ 3.5 ਮਿੰਟ 'ਚ ਪਤਾ ਲੱਗ ਜਾਂਦਾ ਕੌਣ ਫਾਈਟਰ ਹੈ ਤੇ ਕੌਣ। ਇਹਦੇ 'ਚ ਸੋਟੀ ਨਾਲ ਹੀ ਅੰਕ ਲੈਂਦੇ ਆ, ਤੇ ਜਿੱਥੇ ਸੋਟੀ ਸਰੀਰ ਦੇ ਬਿਲੋ ਬੈਲਟ ਜਾਂ ਅਪਰ ਬੈਲਟ ਜਿੱਥੇ ਲੱਗਦੀ ਆ, ਉਹਦੇ ਹਿਸਾਬ ਨਾਲ ਉਹਦੇ ਅੰਕਾਂ ਦਾ ਉਹਨੂੰ ਸਕੋਰ ਦਿੱਤਾ ਜਾਂਦਾ। ਅੱਛਾ, ਸੁਭਾਵਿਕ ਤੌਰ ਤੇ ਜਿੱਥੇ ਵੀ ਸਿੱਖ ਭਰਾ ਵੱਸਦੇ ਹੈਗੇ, ਉੱਥੇ ਜਿਹੜੀ ਖੇਡ ਆ ਉਹ ਖੇਡਣੀ ਸੁਭਾਵਿਕ ਹੈਗੀ। ਬੜੀ ਗੁਰੂ ਮਹਾਰਾਜ ਦੀ ਆਪਣੀ, ਜਿਸ ਤਰ੍ਹਾਂ ਆਪਾਂ ਸਿੱਖਾਂ ਨੂੰ ਗੁਰੂ ਮਹਾਰਾਜ ਨੇ ਲੰਗਰ ਦੀ ਵਿਵਸਥਾ ਦਿੱਤੀ ਹੈ ਕਿ ਜਿੱਥੇ ਗੁਰਦੁਆਰਾ ਉੱਥੇ ਲੰਗਰ ਹੈ। ਤੇ ਇਹ ਵੀ ਬੜੀ ਵੱਡੀ ਗੱਲ ਹੈ, ਜਿੱਥੇ ਗੁਰਦੁਆਰਾ ਹੈ ਉੱਥੇ ਹੀ ਗੱਤਕਾ ਜੀ। ਕਿਉਂਕਿ ਜਿੱਥੇ ਗੁਰਦੁਆਰਾ ਸਾਹਿਬ ਨੇ ਉੱਥੇ ਨਗਰ ਕੀਰਤਨ ਹੋਣੇ ਆ, ਤੇ ਉੱਥੇ ਕੋਈ ਨਾ ਕੋਈ ਪ੍ਰੋਗਰਾਮ ਇੱਦਾਂ ਦੇ ਹੋਣੇ ਆ, ਤੇ ਉੱਥੇ ਗੱਤਕੇ ਦਾ ਆਮ ਹੀ ਡੈਮੋਸਟ੍ਰੇਸ਼ਨ ਹੋਣੀ ਆ, ਤੇ ਉੱਥੇ ਟੀਮਾਂ ਤਿਆਰ ਹੋਈਆਂ ਹੁੰਦੀਆਂ ਨੇ। ਤੇ ਬਹੁਤ ਵੱਡੀ ਮਤਲਬ ਇਹ ਇੱਕ ਹੈਗੀ ਆ ਕਿ ਤੁਸੀਂ ਹੋਰ ਖੇਡਾਂ ਨੇ ਜਿਹੜੀਆਂ ਉਹ ਤੁਹਾਨੂੰ ਉਹੋ ਜਿਹੇ ਮੁਲਕਾਂ 'ਚ ਜਾਂ ਉਹੋ ਜਿਹੇ ਥਾਵਾਂ 'ਤੇ ਨਹੀਂ ਮਿਲਣਗੀਆਂ ਜਿੱਥੇ ਤੁਹਾਨੂੰ ਗੱਤਕਾ ਮਿਲੂਗਾ। ਅਸੀਂ ਪਿੱਛੇ ਜੇ ਹੈਰਾਨ ਹੋਵੋਗੇ ਤੁਸੀਂ ਕਿ ਅਸੀਂ ਯੂਕੇ ਗਏ ਆ, ਯੂਕੇ ਦਾ ਨੈਸ਼ਨਲ ਟੂਰਨਾਮੈਂਟ ਹੋਇਆ। ਅੱਛਾ ਜੀ। ਉੱਥੇ 12 ਗੱਤਕਾ ਅਖਾੜੇ ਯੂਕੇ ਦੇ ਹੀ 12 ਟੀਮਾਂ ਜਿਹੜੀਆਂ ਭਾਗ ਲੈਣ ਆਈਆਂ। ਹੋਰ ਵੀ ਬਹੁਤ ਅਖਾੜੇ ਨੇ। ਮਤਲਬ ਮੇਰਾ ਖਿਆਲ ਹੈ ਕਿ ਯੂਕੇ 'ਚ ਪਤਾ ਸਾਨੂੰ ਲੱਗਿਆ ਕਿ ਉੱਥੇ ਘੱਟੋ ਘੱਟ ਜਿਹੜੀਆਂ ਜੀ 25-30 ਮਤਲਬ ਗੱਤਕੇ ਦੀਆਂ ਟੀਮਾਂ ਹੈਗੀਆਂ ਅਲੱਗ-ਅਲੱਗ ਯੂਕੇ 'ਚ। ਪਾਕਿਸਤਾਨ 'ਚ ਨੇ ਜੀ 4 ਟੀਮਾਂ ਤਾਂ ਪਾਕਿਸਤਾਨ 'ਚ ਨੇ ਗੱਤਕੇ ਦੀਆਂ। 6 ਟੀਮਾਂ ਨੇਪਾਲ 'ਚ ਅਸੀਂ ਬਣਾਤੀਆਂ ਹੋਈਆਂ ਖਿਡਾਰੀਆਂ ਨੂੰ ਉਹ ਦੇ ਕੇ। ਯਾਨੀ ਕਿ ਗੱਤਕਾ ਹੁਣ ਇੱਕ ਵਿਸ਼ਵ ਪ੍ਰਸਿੱਧ ਖੇਡ ਬਣ ਚੁੱਕੀ ਹੈ। ਵਿਸ਼ਵ ਪ੍ਰਸਿੱਧ ਖੇਡ ਬਣ ਰਹੀ ਹੈ। ਅੱਛਾ, ਇਹ ਖੇਡਦੇ ਸਿਰਫ ਨੌਜਵਾਨ ਗੱਭਰੂ ਖੇਡਦੇ ਕਿ ਸਾਡੀਆਂ ਜਿਹੜੀਆਂ ਧੀਆਂ ਧਿਆਣੀਆਂ ਉਹ ਵੀ ਅੱਜ ਕੱਲ੍ਹ ਇਸ ਖੇਡ ਵੱਲ ਆਪਣੀ ਰੁਚੀ ਦਿਖਾ ਰਹੀਆਂ ਹੈਗੀਆਂ? ਜੀ, ਜਿਹੜੀ ਸਾਡੀ ਅਪਰੂਵਡ ਰੂਲ ਬੁੱਕ ਹੈ, ਹੁਣ ਵਿਸ਼ਵ ਗੱਤਕਾ ਫੈਡਰੇਸ਼ਨ ਨੇ, ਵਰਲਡ ਗੱਤਕਾ ਫੈਡਰੇਸ਼ਨ ਨੇ ਉਸ ਰੂਲ ਬੁੱਕ ਨੂੰ ਅਡੋਪਟ ਕਰ ਲਿਆ ਹੋਇਆ, ਤੇ ਉਸੇ ਨੂੰ ਹੀ ਸਾਰੇ ਕਿਤੇ ਪੂਰੇ ਦੁਨੀਆ 'ਚ ਹਰ ਕੰਟਰੀ ਦੇ ਵਿੱਚ ਜਿਹੜੀ ਆ ਰੂਲ ਬੁੱਕ ਉਹ ਜਿਹੜੀ ਆ ਡਿਸਟਰੀਬਿਊਟ ਹੋਊਗੀ ਸਾਡੇ ਵੱਲੋਂ। ਫ੍ਰੀ ਆਫ ਕਾਸਟ ਅਸੀਂ ਡਿਸਟਰੀਬਿਊਟ ਕਰਨੀ ਆ। ਕੋਈ ਵੀ ਜੇ ਚਾਹਵੇ ਤਾਂ ਅਸੀਂ ਥਰੂ ਮੇਲ ਵੀ ਉਹਦੀ PDF ਫਾਈਲ ਭੇਜ ਸਕਦੇ ਹਾਂ। ਉਹਦੇ ਮੁਤਾਬਕ ਜਿਹੜੀ ਇਹ ਖੇਡ ਹੈ ਜੀ, ਇਹਨੂੰ ਏਜ ਗਰੁੱਪਾਂ 'ਚ ਵੰਡਿਆ ਗਿਆ। ਅੱਛਾ। ਸਭ ਤੋਂ ਪਹਿਲੀ ਜਿਹੜੀ ਏਜ ਗਰੁੱਪ ਹੈ ਅੰਡਰ 14 ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਫਿਰ ਅੰਡਰ 17, ਅੰਡਰ 19, ਅੰਡਰ 22, ਅੰਡਰ 25, ਅੰਡਰ 28।
ਇਹਦੇ ਏਜ ਗਰੁੱਪਸ ਨੇ, ਕੁੜੀਆਂ ਵੀ ਸੇਮ ਤੇ ਬੱਚੇ ਵੀ ਸੇਮ, ਮੁੰਡੇ ਵੀ ਸੇਮ, ਇਹ ਦੋਨੇ ਇਸ ਤਰ੍ਹਾਂ ਚੱਲਦੇ ਆ। ਫਿਰ ਉਸ ਤੋਂ ਉੱਪਰ ਵੈਟਰਨ ਚੈਂਪੀਅਨਸ਼ਿਪਸ ਹੋ ਗਈਆਂ ਤੇ ਇਹਦੇ ਏਜ ਗਰੁੱਪਸ ਬਣਾ ਕੇ ਫਿਰ ਇਹਦੇ 'ਚ ਮੈਂ ਤੁਸੀਂ ਦੱਸਣਾ ਚਾਹੁੰਦਾ ਕਿ ਖੇਡ ਦਾ ਇਹ ਦੋ ਤਰ੍ਹਾਂ ਦੀ ਖੇਡ ਹੈ ਜੀ। ਇੱਕ ਤਾਂ ਕੱਲੀ ਸੋਟੀ ਨਾਲ ਖੇਡਣਾ, ਬਿਲਕੁਲ ਦੋਨੇ ਖੇਡਦੇ ਆ। ਇੱਕ ਸੋਟੀ ਤੇ ਫਰੀ, ਜਿਹੜੀ ਜਿਸ ਤਰ੍ਹਾਂ ਕਿਰਪਾਨ ਤੇ ਢਾਲ ਦਾ ਰੂਪ ਹੈ, ਉਹ ਪ੍ਰਤੀਰੂਪ ਹੈ, ਇੱਕ ਉਹ ਹੁੰਦੀ ਆ ਕਿ ਇੱਕ ਤਾਂ ਇਕੱਲੇ ਲੜਕੇ ਇਕੱਲੇ ਸੋਟੀਆਂ ਨਾਲ ਖੇਡਦੇ ਆ, ਇੱਕ ਲੜਕੇ ਸੋਟੀ ਤੇ ਫਰੀ 'ਚ ਖੇਡਦੇ ਆ। ਉਹ ਜਿਵੇਂ ਜਿਵੇਂ ਉਹਦੀ ਐਕਸਪਰਟੀਜ਼ ਹੁੰਦੀ ਆ ਉਹ ਬੱਚੇ ਉਸ 'ਚ ਪਾਰਟੀਸਪੇਟ ਕਰਦੇ ਆ। ਤੇ ਤੀਜਾ ਹੁੰਦਾ ਇਹਦੇ 'ਚ ਇੱਕ ਡੈਮੋਸਟ੍ਰੇਸ਼ਨ ਦਿਖਾਉਣਾ। ਸ਼ਸਤਰ ਪਏ ਆ, ਸਾਰੇ ਸਜਾਏ ਹੋਏ ਨੇ ਸ਼ਸਤਰ, ਤੇ ਇਕੱਲਾ ਇਕੱਲਾ ਬੱਚਾ ਆਉਂਦਾ ਤੇ ਉਸੇ ਤਰ੍ਹਾਂ ਉਹ ਸ਼ਸਤਰ ਚੁੱਕਦਾ ਤੇ ਉਹਨੂੰ ਫਿਰ ਘੁਮਾ ਕੇ ਉਹਨੂੰ ਫਰਾਈ ਕਹਿ ਦਿੰਦੇ ਆ ਵੀ ਕਿਰਪਾਨ ਫਰਾਈ ਕਰ ਰਿਹਾ, ਤੇ ਜਾਂ ਜਾਲ ਚੁੱਕ ਕੇ ਘੁਮਾਉਂਦਾ ਹੈ। ਫਿਰ ਉਹ ਆਪਦੀ ਐਕਸਪਰਟੀਜ਼ ਦਿਖਾਉਂਦਾ ਹੈ ਕਿ ਇਹਨਾਂ ਸ਼ਸਤਰਾਂ ਨੂੰ ਵਰਤਣ ਦਾ ਮੇਰੇ ਕੋਲੇ ਕੀ ਢੰਗ ਹੈ। ਤੇ ਉੱਥੇ ਫਿਰ ਉਹਦੀ ਜਿਹੜੀ ਹੈਗੀ ਆ ਉਹਨੂੰ ਅੰਕ ਮਿਲਦੇ ਆ ਕਿ ਉਹਦੀ ਸਿੰਕਰੋਨਾਈਜੇਸ਼ਨ ਕਿਸ ਤਰ੍ਹਾਂ ਦੀ ਹੈ, ਉਹਦੀ ਗੱਤਕੇ ਦੇ ਜਿਹੜੇ ਸ਼ਸਤਰ ਨੂੰ ਵਰਤਣ ਦੀ ਪ੍ਰਤੀਕਿਰਿਆ ਕਿੱਦਾਂ ਦੀ ਆ, ਉਹਦਾ ਫੁੱਟਵਰਕ ਕਿੱਦਾਂ ਦਾ ਹੈ, ਐਵਰੀਥਿੰਗ ਉਹ ਨੋਟਡ ਕੀਤੀ। ਅੱਛਾ, ਵਿਦੇਸ਼ਾਂ 'ਚ ਖੇਡੀ ਜਾਂਦੇ, ਆਪਾਂ ਸਿਰਫ ਪੰਜਾਬ ਦੀ ਗੱਲ ਕਰੀਏ, ਕਿੰਨੀਆਂ ਕੀ ਜਗ੍ਹਾ ਖੇਡਦੇ ਹੋਣਗੇ ਲੋਕ, ਕਿੰਨੇ ਕੀ ਸ਼ਹਿਰਾਂ 'ਚ ਖੇਡਦੇ ਨੇ, ਤੇ ਜਿਹੜੀ ਸਿਖਾਉਂਦੇ, ਮੈਂ ਤੁਸੀਂ ਦੱਸਿਆ ਕਿ 14 ਸਾਲ ਤੋਂ ਬੱਚੇ ਵੀ ਖੇਡਦੇ, ਉਹਨਾਂ ਨੂੰ ਸਿਖਾਉਣਾ ਜ਼ਿਆਦਾ ਔਖਾ ਨਹੀਂ ਹੈਗਾ ਜੀ? ਮੇਰਾ ਖਿਆਲ ਹੈ ਜੀ, ਤੁਸੀਂ ਜਦੋਂ ਦੇਖਦੇ ਹੋਵੋਗੇ ਸਾਡੇ ਕੋਲ 8-8 ਸਾਲ ਦੇ ਬੱਚੇ ਵੀ ਖੇਡਣਾ ਸਿੱਖਣ ਆ ਰਹੇ ਆ ਜੀ। ਬਹੁਤ ਇੱਦਾਂ ਦੇ ਬੱਚਿਆਂ 'ਚ ਅੱਜ ਕੱਲ੍ਹ ਹੈ। ਹਰ ਸ਼ਹਿਰ 'ਚ ਗੱਤਕੇ ਦੀ ਇੱਥੇ ਸਿਖਲਾਈ ਹੈ। ਗੱਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ, ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਫ੍ਰੀ ਆਫ ਕਾਸਟ ਗੱਤਕੇ ਦੀ ਕੋਚਿੰਗ ਦਿੱਤੀ ਜਾਂਦੀ ਹੈ। ਫ੍ਰੀ ਆਫ ਕਾਸਟ ਗੱਤਕਾ ਦੇ ਟ੍ਰੇਨਿੰਗ ਕੈਂਪਸ ਐਂਡ ਸੈਮੀਨਾਰਸ, ਵਰਕਸ਼ਾਪਸ ਲਗਾਈਆਂ ਜਾਂਦੀਆਂ। ਹੁਣ ਤੱਕ ਅਸੀਂ ਗੱਤਕਾ ਫੈਡਰੇਸ਼ਨ ਤੇ ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ 34 ਜਿਹੜੇ ਨੇ ਗੱਤਕਾ ਟ੍ਰੇਨਿੰਗ ਕੈਂਪਸ ਐਂਡ ਵਰਕਸ਼ਾਪਸ ਲਗਾ ਚੁੱਕੇ ਹਾਂ। ਤੇ ਉਹਨਾਂ ਦੇ ਦੌਰਾਨ ਉਹ 3 ਦਿਨ ਦਾ ਕੋਰਸ ਹੁੰਦਾ ਜੀ। ਉਹ ਬਾਕਾਇਦਾ ਉਹਨਾਂ ਦੀਆਂ ਕਲਾਸਿਸ ਲੱਗਦੀਆਂ ਨੇ, ਪ੍ਰੈਕਟੀਕਲਸ ਹੁੰਦੀਆਂ ਨੇ। ਕਲਾਸਿਸ ਦੇ ਵਿੱਚ ਉਹਨਾਂ ਨੂੰ ਜਿਹੜੀਆਂ ਥਿਓਰੀ ਦੀਆਂ ਕਲਾਸਿਸ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਪੂਰੀ ਬਾਕਾਇਦਾ ਰੂਲ ਬੁੱਕ ਪੜ੍ਹਾਈ ਜਾਂਦੀ ਹੈ 3 ਦਿਨ। ਬਾਕਾਇਦਾ ਉਹਨਾਂ ਨੇ ਇੱਕ ਪਾਵਰ ਪ੍ਰੈਜੈਂਟੇਸ਼ਨ ਅਸੀਂ ਤਿਆਰ ਕੀਤੀ ਆ, ਉਹਦੇ 'ਚ ਕਿਸ ਤਰ੍ਹਾਂ ਅੰਕ ਲੈਣੇ ਆ, ਕਿਵੇਂ ਫਾਉਲ ਹੈਗੇ ਆ, ਖੇਡਣੀ ਕਿਵੇਂ ਆ, ਸਿੱਖਣਾ ਕਿਵੇਂ ਆ, ਉਹ ਸਿਖਾਇਆ ਜਾਂਦਾ ਹੈ। ਤੇ ਉਸ ਤੋਂ ਬਿਨਾਂ ਉਹਨਾਂ ਨੂੰ ਸਪੋਰਟਸਮੈਨਸ਼ਿਪ, ਡਿਸਿਪਲਨ, ਬਾਡੀ ਬਾਰੇ, ਐਕਸ਼ਨਸ ਔਰ ਅਦਰ ਡਾਈਟ ਬਾਰੇ ਵੀ ਉਹਨਾਂ ਨੂੰ 3 ਦਿਨਾਂ 'ਚ ਉਹ ਦੱਸਿਆ ਜਾਂਦਾ ਹੈ। ਐਕਸਪਰਟਸ ਦੇ ਲੈਕਚਰ ਹੁੰਦੇ ਆ ਜੀ। 34 ਕੈਂਪਸ ਅਸੀਂ ਵੱਖ-ਵੱਖ ਪੰਜਾਬ ਤੋਂ ਬਾਹਰ ਵੀ ਉਹ ਲਾ ਚੁੱਕੇ ਹਾਂ। ਅੱਛਾ ਗਰੇਵਾਲ ਸਾਹਿਬ, ਜਿਹੜੀ ਗੱਤਕਾ ਖੇਡ ਦਾ ਜਿਹੜਾ ਇਸ ਟਾਈਮ ਵਿਕਾਸ ਹੋ ਰਿਹਾ, ਕਿਸ ਪੱਧਰ ਤੇ ਹੋ ਰਿਹਾ ਵਾ? ਗਰੇਵਾਲ ਸਾਹਿਬ, ਹੁਣ ਗੱਲ ਕਰੀ ਕਿ ਕਦੀ ਸੁਣਿਆ ਨਹੀਂ ਹੈਗਾ ਸੀ ਕਿ ਕੋਈ ਖੇਡ ਐਸੋਸੀਏਸ਼ਨ ਹੈਗੀਆਂ ਨਗਰ ਕੀਰਤਨਾਂ ਦੇ ਲਈ ਜਾਂ ਹੋਰ ਕਿਤੇ ਮੌਕੇ ਮਿਲ ਜਾਂਦੇ ਦੇਖਣ ਦਾ, ਇਹਨੂੰ ਬਕਾਇਦਾ ਤੌਰ ਤੇ ਜਿਹੜੀ ਪੰਜਾਬ ਗੱਤਕਾ ਫੈਡਰੇਸ਼ਨ ਜਾਂ ਇਹ ਵਿਉਂਤਬੰਦੀ ਤੁਸੀਂ ਕਦੋਂ ਦੀ ਇਹਨੂੰ ਅਮਲੀ ਰੂਪ ਦਿੱਤਾ ਹੈਗਾ ਜੀ ਇਹਨੂੰ? ਅਸਲ 'ਚ ਜੀ ਤੁਸੀਂ ਵਧੀਆ ਸਵਾਲ ਪੁੱਛਿਆ ਕਿ 1985 ਤੋਂ ਬਾਅਦ ਜਿਹੜੀ ਖੇਡ ਇਹ ਖਤਮ ਹੋਈ ਸਕੂਲਾਂ ਤੇ ਕਾਲਜਾਂ 'ਚੋਂ, ਉਹ ਇਸੇ ਵਜ੍ਹਾ ਕਰਕੇ ਹੋਈ ਕਿ ਇਹਦਾ ਕੋਈ ਬਾਲੀ ਵਾਰਸ ਨਹੀਂ ਸੀਗਾ। ਬਿਲਕੁਲ। ਖੇਡ ਜਾਂ ਕੋਈ ਵੀ ਕੁਛ ਵੀ ਲਾ ਲਓ, ਸਮਾਜ ਦਾ ਕੰਮ ਵੀ ਜਾਂ ਖੇਡ ਦਾ ਕੰਮ ਜਾਂ ਕੁਛ ਵੀ ਹੋਵੇ, ਉਹ ਤਦੀ ਨੇਪਰੇ ਚੜ੍ਹਦਾ ਜੇ ਉਹਦੇ ਪਿੱਛੇ ਕੋਈ ਐਸੋਸੀਏਸ਼ਨ, ਫੈਡਰੇਸ਼ਨ, ਕੋਈ ਕਲੱਬ ਜਾਂ ਕੋਈ ਸੰਸਥਾ ਹੋਵੇ। ਇਹਦੀ ਕੋਈ ਸੰਸਥਾ ਪਹਿਲਾਂ ਹੋਂਦ 'ਚ ਨਹੀਂ ਸੀ। ਤੇ ਅਸੀਂ 2008 ਦੇ ਦਸੰਬਰ ਦੀ ਗੱਲ ਹੈ, ਤੇ ਅਸੀਂ ਆਪਣੇ ਤਖਤ ਕੇਸਗੜ੍ਹ ਸਾਹਿਬ ਇਕੱਠੇ ਹੋਏ ਸੀਗੇ। ਉੱਥੇ ਕਾਫੀ ਨਿਹੰਗ ਸਿੰਘ ਜਥੇਬੰਦੀਆਂ, ਸੰਤ ਮਹਾਂਪੁਰਸ਼ ਸੀਗੇ, ਉੱਥੇ ਇਕੱਠੇ ਹੋਏ। ਜਥੇਦਾਰ ਕੇਸਗੜ੍ਹ ਸਾਹਿਬ ਜਿਹੜੇ ਮਹਿਰੂਮ ਆਪਣੇ ਵਿਚਕਾਰ ਨਹੀਂ ਰਹੇ, ਗਿਆਨੀ ਤਰਲੋਚਨ ਸਿੰਘ ਜੀ, ਉਹ ਵੀ ਉਸ ਮੀਟਿੰਗ 'ਚ ਹਾਜ਼ਰ ਸੀ। ਅਸੀਂ ਹੋਲੇ ਮਹੱਲੇ ਤੇ ਜਿਹੜਾ ਗੱਤਕੇ ਦਾ ਪ੍ਰੋਗਰਾਮ ਸੀ ਉਹਦੇ ਅਰੇਂਜਮੈਂਟਸ ਲਈ ਉੱਥੇ ਗਏ ਹੋਏ ਸੀਗੇ। ਤੇ ਉੱਥੇ ਅਸੀਂ ਗੱਤਕੇ ਦੀ ਗੱਲ ਛੇੜੀ ਤੇ ਮੈਂ ਤੇ ਭੁੱਲਰ ਸਾਹਿਬ ਨੇ, ਜਿਹੜੇ ਸਾਡੇ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਨੇ ਹਰਚੰਦ ਸਿੰਘ ਭੁੱਲਰ ਜੀ, ਅਸੀਂ ਜਦੋਂ ਇਹ ਥੋੜਾ ਜਿਹਾ ਡਿਸਕਸ ਪਹਿਲਾਂ ਕਰ ਲਿਆ ਸੀ, ਤੇ ਉੱਥੇ ਜਥੇਦਾਰ ਸਾਹਿਬ ਕੋਲੇ ਅੱਗੇ ਅਸੀਂ ਪ੍ਰਪੋਜ਼ਲ ਰੱਖੀ ਕਿ ਗੱਤਕੇ ਨੂੰ ਬਤੌਰ ਖੇਡ ਪ੍ਰਮੋਟ ਕੀਤਾ ਜਾਣਾ ਚਾਹੀਦਾ। ਬਿਲਕੁਲ ਜੀ। ਤਾਂ ਬਸ ਉਹ ਜਥੇਦਾਰ ਸਾਹਿਬ ਕਹਿੰਦੇ ਜੀ ਵੀ ਜਿਹੜਾ ਬੋਲੇ ਉਹੀ ਕੁੰਡਾ ਖੋਲੇ। ਤਾਂ ਉਹਨਾਂ ਨੇ ਉਸੇ ਵੇਲੇ ਜੀ ਸਰੋਪੇ ਲਿਆਂਦੇ, ਹਾਰ ਹੂਰ ਲਿਆਂਦੇ, ਭੁੱਲਰ ਸਾਹਿਬ ਨੂੰ ਸਨਮਾਨਿਤ ਕਰਤਾ ਔਰ ਬੋਲੇ ਸੋ ਨਿਹਾਲ ਛੱਡ ਕੇ ਕਹਿੰਦੇ ਤੁਹਾਨੂੰ ਪ੍ਰਧਾਨ ਬਣਾਇਆ ਜਾਂਦਾ ਜੀ। ਤੇ ਦਾਸ ਨੂੰ ਉਹਨਾਂ ਨੇ ਫਿਰ ਉਸ ਵੇਲੇ ਜਨਰਲ ਸੈਕਟਰੀ ਦੀ ਜ਼ਿੰਮੇਵਾਰੀ ਦਿੱਤੀ। ਕਿ ਪੰਜਾਬ ਸਰਕਾਰ ਵੱਲੋਂ ਕਿਹਦਾ ਸਹਿਯੋਗ, ਇਹਨੂੰ ਬਕਾਇਦਾ ਤੌਰ ਤੇ ਮਾਨਤਾ ਮਿਲ ਚੁੱਕੀ ਪੰਜਾਬ 'ਚ? ਫਿਰ ਅਸੀਂ ਜਦੋਂ ਫੈਡਰੇਸ਼ਨ ਬਣੀ, ਗੱਤਕਾ ਫੈਡਰੇਸ਼ਨ ਆਫ ਇੰਡੀਆ ਹੋਂਦ 'ਚ ਆਈ, ਤਾਂ ਉਸ ਵੇਲੇ ਸਾਡੇ ਪੰਜਾਬ ਦੇ ਜਿਹੜੇ ਸਿੱਖਿਆ ਮੰਤਰੀ ਡਾਕਟਰ ਰੁਪਿੰਦਰਜੀਤ ਕੌਰ ਸੀਗੇ ਜੀ, ਅਸੀਂ ਉਹਨਾਂ ਨੂੰ ਲਿਖਤੀ ਬੇਨਤੀ ਕੀਤੀ। ਤਾਂ ਉਹਨਾਂ ਨੇ ਵੀ ਸਮਝ ਪਈ ਖੇਡ ਸਾਰੀ ਇਹ ਵੀ ਕਿੱਦਾਂ ਹੈ,
ਹੈ ਤਾਂ ਉਸ ਵੇਲੇ ਉਹਨਾਂ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਾਇਆ ਸਾਰੇ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਲਈ ਕਿ ਇਹ ਖੇਡ ਅਪਰੂਵ ਹੋਈ, ਉਸ ਵੇਲੇ ਅਪਰੂਵ ਹੋ ਗਈ ਜੀ ਉਹ ਖੇਡ। ਅੱਛਾ, ਪੰਜਾਬ 'ਚ ਅਪਰੂਵ ਹੈ ਸਕੂਲਾਂ ਕਾਲਜਾਂ 'ਚ ਸਕੂਲ ਯੂਨੀਵਰਸਿਟੀਆਂ ਦੇ ਵਿੱਚ ਇਹ ਖੇਡ ਬਾਕਾਇਦਾ ਹੁਣ ਅੱਜ ਖੇਡੀ ਜਾਂਦੀ ਹੈ। ਪਿਛਲੇ 4 ਸਾਲ ਤੋਂ ਜਿਹੜਾ ਸਿੱਖਿਆ ਵਿਭਾਗ ਪੰਜਾਬ ਹੈ ਉਹ ਸਟੇਟ ਲੈਵਲ, ਪਹਿਲਾਂ ਡਿਸਟ੍ਰਿਕਟ ਲੈਵਲ ਦੇ ਟੂਰਨਾਮੈਂਟ ਕਰਾਉਂਦਾ, ਫਿਰ ਸਟੇਟ ਲੈਵਲ ਦੇ ਟੂਰਨਾਮੈਂਟ ਕਰਾਉਂਦਾ। ਇਸ ਵਾਰੀ ਜਿਹੜੇ ਚੌਥੇ ਟੂਰਨਾਮੈਂਟ ਨੇ ਉਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋ ਰਹੇ ਆ ਨਵੰਬਰ ਮਹੀਨੇ ਦੇ ਵਿੱਚ। ਤੇ 2 ਇਹਦੀਆਂ ਜਿਹੜੀਆਂ ਪਹਿਲੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਗੱਤਕਾ ਚੈਂਪੀਅਨਸ਼ਿਪ ਹੋ ਚੁੱਕੀ ਹੈ, ਪੰਜਾਬ ਯੂਨੀਵਰਸਿਟੀ ਪਟਿਆਲਾ ਹੋਸਟ ਕਰ ਰਹੀ ਹੈ ਜੀ। ਐਤਕੀ ਜਿਹੜੀ ਸੈਕੰਡ ਗੱਤਕਾ ਚੈਂਪੀਅਨਸ਼ਿਪ ਹੈ ਆਲ ਇੰਡੀਆ ਦੀ ਇੰਟਰ ਯੂਨੀਵਰਸਿਟੀ, ਉਹ ਨਵੰਬਰ ਮਹੀਨੇ ਦੇ ਵਿੱਚ ਲਾਸਟ ਡੇਟਾਂ ਦੇ ਵਿੱਚ ਕਿਸੇ ਇੱਕ ਹਫ਼ਤੇ ਦੇ ਵਿੱਚ ਤੈਅ ਹੋ ਚੁੱਕੀ ਹੈ ਜੀ ਉਹ। ਅੱਛਾ, ਤੇ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਜਿੱਥੇ 2 ਵਾਰ ਹੋਸਟ, ਇੱਕ ਵਾਰ ਹੋ ਚੁੱਕੀ, ਇੱਕ ਵਾਰ ਕਰਵਾਉਣੀ ਤੁਸੀਂ ਹੋਸਟ ਕਰਵਾਉਣੇ ਗਿਆ, ਯੂਨੀਵਰਸਿਟੀ ਵੱਲੋਂ ਕਿਸ ਤਰ੍ਹਾਂ ਸਹਿਯੋਗ ਹੈ? ਬਕਾਇਦਾ ਤੌਰ ਤੇ ਉਹਨਾਂ ਦੇ ਕਿਸੇ ਨਾ ਕਿਸੇ ਲੈਵਲ ਤੇ ਸਮਝੌਤਾ ਹੋ ਰਿਹਾ ਜੀ? ਜੀ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਜੀ। ਸਾਡਾ ਡਾਕਟਰ ਜਸਪਾਲ ਸਿੰਘ ਜੀ ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ ਪਟਿਆਲਾ ਧੰਨਵਾਦ ਦੇ ਪਾਤਰ ਨੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 2001 ਤੋਂ ਇਸ ਗੱਤਕੇ ਦੀ ਜਿਹੜੀ ਹੈ ਦੁਬਾਰਾ ਰਿਵਾਈਵਲ ਲਈ ਸ਼ੁਰੂ ਕੀਤਾ ਸੀਗਾ। ਅਸੀਂ 2009 ਦੇ ਵਿੱਚ ਅਸੀਂ ਉਸ ਥਾਂ ਤੇ ਆ ਕੇ ਸ਼ਾਮਲ ਹੋਏ ਹਾਂ। ਤਾਂ ਹੁਣ ਉਹਨਾਂ ਨੇ ਜਦੋਂ ਇਹ ਇੰਟਰ ਯੂਨੀਵਰਸਿਟੀ ਟੂਰਨਾਮੈਂਟ ਸ਼ੁਰੂ ਕਰਾਏ ਗੱਤਕੇ ਦੇ, ਤਾਂ ਸਾਡੀ ਜਿਹੜੀ ਗੱਤਕਾ ਵਿਸ਼ਵ ਗੱਤਕਾ ਫੈਡਰੇਸ਼ਨ ਉਹਦੇ ਨਾਲ ਇੱਕ MOU ਸਾਈਨ ਹੋਇਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ। ਤੇ ਜਿਹਨੂੰ ਅਸੀਂ ਸਮਝੌਤਾ ਕਹਿੰਦੇ ਹਾਂ, ਦੁਵੱਲਾ ਸਮਝੌਤਾ, MOU ਮੈਮੋਰੰਡਮ ਆਫ ਅੰਡਰਸਟੈਂਡਿੰਗ ਜਿਹੜਾ ਹੋਇਆ ਜੀ ਪਿਛਲੇ ਮਹੀਨੇ ਹੀ ਹਲੇ ਹੋਇਆ। ਢੀਂਡਸਾ ਸਾਹਿਬ ਤੇ ਡਾਕਟਰ ਜਸਪਾਲ ਸਿੰਘ ਜੀ, ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਡੇ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਨੇ ਜੀ। ਤੇ ਵਾਈਸ ਚਾਂਸਲਰ ਸਾਹਿਬ ਤੇ ਢੀਂਡਸਾ ਸਾਹਿਬ ਦੋਨਾਂ ਦੇ ਦਰਮਿਆਨ ਹੋਇਆ। ਉਹਦਾ ਮੁੱਖ ਮਕਸਦ ਹੈ ਜੀ ਕਿ ਗੱਤਕੇ ਨੂੰ ਅਕਾਦਮਿਕ ਪੱਧਰ ਤੇ, ਖੋਜ ਪੱਧਰ ਤੇ ਅਤੇ ਖੇਡਾਂ ਦੇ ਪੱਧਰ ਤੇ 3 ਦਿਸ਼ਾਵੀ ਢੰਗ ਨਾਲ ਇਹਨੂੰ ਪ੍ਰਮੋਟ ਕਰਨਾ ਹੈ। ਅਕਾਦਮਿਕ ਪੱਧਰ ਤੇ ਇਹ ਹੈ ਜੀ ਕਿ ਉੱਥੇ ਇੱਕ ਤਾਂ ਡਿਪਲੋਮਾ ਕੋਰਸ ਇਨ ਗੱਤਕਾ ਕੋਚਿੰਗ ਐਂਡ ਸਰਟੀਫਿਕੇਟ ਕੋਰਸ ਇਨ ਗੱਤਕਾ ਕੋਚਿੰਗ, 2 ਜਿਹੜੇ ਕੋਰਸਸ ਨੇ ਡਿਪਲੋਮੇ ਦੇ, ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਸ਼ੁਰੂ ਆਪ ਕਰਵਾਊਗੀ ਜੀ। ਐਸੇ ਮਹੀਨੇ ਜਿਹੜਾ ਹੈਗਾ ਜੀ ਉਹਦਾ ਉਹ ਹੋ ਰਿਹਾ, ਐਡਵਰਟੀਜ਼ਮੈਂਟ ਆ ਰਹੀ ਹੈ ਅਖਬਾਰਾਂ 'ਚ, ਐਪਲੀਕੇਸ਼ਨਾਂ ਮੰਗੀਆਂ ਜਾ ਰਹੀਆਂ ਨੇ। ਇਸ ਤੋਂ ਬਿਨਾਂ PhD ਸ਼ੁਰੂ ਹੋ ਚੁੱਕੀ ਹੈ ਜੀ। ਇੱਕ ਬੱਚਾ ਉੱਥੇ ਗੱਤਕੇ ਦੀ PhD ਸ਼ੁਰੂ ਕਰ ਚੁੱਕਿਆ। ਵਾਈਸ ਚਾਂਸਲਰ ਸਾਹਿਬ ਨੇ ਕਹਿਤਾ ਕਿ 7 PhDਆਂ ਐਸੇ ਸਾਲ ਸ਼ੁਰੂ ਕਰਵਾ ਦਿਓ। ਉਸ ਤੋਂ ਬਿਨਾਂ ਇੱਕ ਕਿਉਂਕਿ ਇਹ ਜਿਹੜਾ ਸਾਡਾ ਸਾਰੀ ਡਿਵੈਲਪਮੈਂਟ ਹੋਣੀ ਆ, ਇਹ ਪੰਜਾਬੀ ਯੂਨੀਵਰਸਿਟੀ ਦਾ ਸਪੋਰਟ ਸਾਇੰਸ ਡਿਪਾਰਟਮੈਂਟ ਹੈ, ਡਾਕਟਰ ਪਰਮਵੀਰ ਸਿੰਘ ਮੁਖੀ ਨੇ, ਉਹਨਾਂ ਨੇ ਕਿਹਾ ਕਿ ਮੈਂ ਇਹਦੀ ਸਾਇੰਟੀਫਿਕ ਰਿਸਰਚ ਕਰਾਉਣੀ ਆ ਕਿ ਜਦੋਂ ਖਿਡਾਰੀ ਖੇਡਦਾ ਤਾਂ ਉਹਦੇ ਕਿਹੜੇ ਮਸਲਸ ਡਿਵੈਲਪ ਹੋਣ, ਉਹਨੂੰ ਕਿਸ ਚੀਜ਼ ਦੇ ਅੰਗਾਂ ਨੂੰ ਜਾਂ ਕਿਸ ਚੀਜ਼ ਦੀ ਸਰੀਰ 'ਚ ਸ਼ਕਤੀ ਦੀ ਲੋੜ ਹੈ ਤੇ ਕਿਸ ਤਰ੍ਹਾਂ ਉਹਦੇ ਚੇਂਜਸ ਆਉਂਦੀਆਂ ਨੇ ਸਰੀਰ ਦੇ ਵਿੱਚ, ਉਹਦੇ ਤੇ ਸਾਇੰਟੀਫਿਕ ਰਿਸਰਚ ਹੋਣੀ ਆ। ਤੇ ਤੀਸਰੀ ਗੱਲ ਜਿਹੜੀ ਖੇਡ ਪੱਧਰ ਤੇ ਆ, ਉਹਦੇ 'ਚ ਯੂਨੀਵਰਸਿਟੀ ਨੇ ਆਲ ਇੰਡੀਆ ਦੇ ਸਕੂਲਾਂ ਦੇ, ਕਾਲਜਾਂ ਦੇ ਤੇ ਹੋਰ ਜਿਹੜੇ ਖੇਡ ਮੁਕਾਬਲੇ ਨੇ ਉਹ ਕਰਾਉਣੇ ਨੇ, ਵਰਕਸ਼ਾਪ, ਸੈਮੀਨਾਰ ਜਾਂ ਹੋਰ ਇੱਦਾਂ ਦੇ ਜਿਹੜੇ ਸਾਰੇ ਉਹ ਯੂਨੀਵਰਸਿਟੀ। ਤੇ ਜਿਸ ਯੂਨੀਵਰਸਿਟੀ ਨੇ ਆਪਣੇ ਤੌਰ ਤੇ ਉਪਰਾਲਾ ਸ਼ੁਰੂ ਕਰਤਾ ਤੁਹਾਡੀ ਐਸੋਸੀਏਸ਼ਨ ਨਾਲ ਮਿਲ ਕੇ, UGC ਵੱਲੋਂ ਵੀ ਮਾਨਤਾ ਪ੍ਰਾਪਤ ਹੈਗੀ ਕਿ ਜਾਂ ਐਜ ਏ ਐਂਟਰਟੇਨਮੈਂਟ ਤੌਰ ਤੇ, ਮਨੋਰੰਜਨ ਤੌਰ ਤੇ ਖੇਡੀ ਜਾਊਗੀ ਜੂਨਾਂ? ਇਹ ਸਾਲ 2011 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜਿਹੜੇ ਡਾਇਰੈਕਟਰ ਸਪੋਰਟਸ ਨੇ ਰਾਜਕੁਮਾਰ ਵਰਮਾ ਜੀ, ਉਹਨਾਂ ਨੇ ਉਸ ਵੇਲੇ AIU ਦਾ ਜਿਹੜਾ ਆਲ ਇੰਡੀਆ ਸਪੋਰਟਸ ਬੋਰਡ ਹੁੰਦਾ, ਇੰਟਰ ਯੂਨੀਵਰਸਿਟੀ ਸਪੋਰਟਸ ਬੋਰਡ, ਉਹਦੇ ਮੀਟਿੰਗ ਹੋਈ ਸੀ ਪੂਨੇ। ਉੱਥੇ ਇੱਕ ਬਕਾਇਦਾ ਏਜੰਡਾ ਸ਼ਾਮਲ ਕੀਤਾ ਸੀਗਾ, ਇੱਕ ਕਬੱਡੀ ਦਾ, ਇੱਕ ਗੱਤਕੇ ਦਾ। ਉਸ ਵੇਲੇ ਜਿਹੜੇ ਇੰਟਰ ਯੂਨੀਵਰਸਿਟੀ ਸਪੋਰਟਸ ਬੋਰਡ ਹੈਗਾ, ਉਹਨਾਂ ਨੇ ਕਬੱਡੀ ਨੂੰ ਤਾਂ ਐਕਸੈਪਟ ਕਰ ਲਿਆ ਸੀ ਤੇ ਗੱਤਕੇ ਦਾ ਕਹਿੰਦੇ ਤੁਸੀਂ ਇਹ ਕਰੋ ਕਿ ਨਵੀਂ ਖੇਡ ਹੈ, ਇਹਨੂੰ ਤੁਸੀਂ ਪਹਿਲਾਂ ਐਜ਼ ਏ ਡੈਮੋ ਗੇਮ ਤੁਸੀਂ ਸ਼ੁਰੂ ਕਰਾ ਦਿਓ, ਟ੍ਰਾਇਲ ਬੇਸਿਸ ਤੇ ਸ਼ੁਰੂ ਕਰਾ ਦਿਓ, ਤੇ ਅਸੀਂ ਦੇਖ ਲਾਂਗੇ ਪਹਿਲੀ ਦੂਜੀ ਜਦੋਂ ਆਲ ਇੰਡੀਆ ਹੋਊਗੀ ਤੇ ਉਹਦੇ 'ਚ ਕਿੰਨੀਆਂ ਯੂਨੀਵਰਸਿਟੀਆਂ ਪਾਰਟੀਸਪੇਟ ਕਰਦੀਆਂ ਨੇ, ਉਹਦੇ ਹਿਸਾਬ 'ਤੇ ਅਸੀਂ ਕਰ ਦਿਆਂਗੇ। ਪਹਿਲੀ ਜਿਹੜੀ ਇੰਟਰਵਿਊਸਟੀ ਹੋਈ ਸੀ ਜੀ, ਉਹਦੇ 'ਚ 14 ਯੂਨੀਵਰਸਿਟੀਆਂ ਨੇ ਪਾਰਟੀਸਪੇਟ ਕੀਤਾ। 14 ਯੂਨੀਵਰਸਿਟੀਆਂ 'ਚੋਂ ਮੁੰਡਿਆਂ ਦੀਆਂ ਟੀਮਾਂ ਆਈਆਂ, 8 ਯੂਨੀਵਰਸਿਟੀਆਂ 'ਚੋਂ ਕੁੜੀਆਂ ਦੀਆਂ ਟੀਮਾਂ ਆਈਆਂ, 22 ਟੀਮਾਂ ਨੇ ਪਾਰਟੀਸਪੇਟ ਕੀਤਾ ਸੀ। ਤੇ ਉਸ ਤੋਂ ਬਾਅਦ ਜਦੋਂ ਉਹਦੀ UGC ਦੀ ਟੀਮ ਯੂਨੀਵਰਸਿਟੀ ਆਈ ਤਾਂ ਉਹਨਾਂ ਨੇ ਪਤਾ ਕੀਤਾ ਕਿ ਕਿੰਨੀਆਂ ਯੂਨੀਵਰਸਿਟੀਆਂ ਨੇ ਪਾਰਟੀਸਪੇਟ ਕੀਤਾ, ਤਾਂ ਉਹ ਪ੍ਰੋਮਿਸ ਕਰਕੇ ਗਏ ਸੀ ਯੂਨੀਵਰਸਿਟੀ ਨਾਲ ਕਿ ਅਸੀਂ ਗੱਤਕੇ ਨੂੰ ਜਲਦੀ ਮਾਨਤਾ ਦੇ ਦਾਂਗੇ ਕਿ ਐਡੀ ਵੱਡੀ ਪਪੂਲੈਰਿਟੀ ਹੈ ਇਸ ਗੇਮ ਦੀ। ਜਿਹੜਾ ਤੁਹਾਡਾ ਫੈਡਰੇਸ਼ਨ ਉਹ ਆਪਣੇ ਲੈਵਲ ਤੇ ਜਿਸ ਤਰ੍ਹਾਂ ਕੋਈ ਏਸ਼ੀਆ ਲੈਵਲ ਦਾ ਕੱਪ ਜਾਂ ਕਾਮਨਵੈਲਥ ਦਾ ਕੱਪ ਵੀ ਕਰਵਾਇਆ ਜਾ ਰਿਹਾ, ਪਿੱਛੇ ਜੇ ਮੇਰੇ ਖਿਆਲ ਸਟੇਟਮੈਂਟ ਵੀ ਆਈ ਸਰਦਾਰ ਢੀਂਡਸਾ ਸਾਹਿਬ ਦੀ ਕਿ ਅਸੀਂ ਕੱਪ ਕਰਵਾ ਰਹੇ ਹੈਗੇ, ਇਹ ਕਦੋਂ ਕੀ ਕਰਵਾਇਆ ਜਾ ਰਿਹਾ? ਹਾਂ, ਇਹ ਜੀ ਜਿਹੜਾ ਅਸੀਂ ਹੁਣ ਸ਼ੁਰੂ ਕਰਾਉਣ ਜਾ ਰਹੇ ਹਾਂ, ਕਿਉਂਕਿ ਇੰਟਰਨੈਸ਼ਨਲ ਲੈਵਲ ਤੇ ਨੇਪਾਲ 'ਚ ਹੋ ਚੁੱਕਿਆ, UK 'ਚ ਹੋ ਚੁੱਕਿਆ, ਕੈਨੇਡਾ 'ਚ ਹੋ ਚੁੱਕਿਆ ਹੋਇਆ, ਹੋਰ ਵੀ ਕੰਟਰੀ 'ਚ ਸਾਡੇ ਕੱਪ ਜਿਹੜੇ ਨੇ ਸ਼ੁਰੂ ਹੋਏ ਨੇ। ਤੇ ਹੁਣ ਅਸੀਂ ਇੰਟਰਨੈਸ਼ਨਲ ਗੱਤਕਾ ਸੀਰੀਜ਼ ਆ ਜਿਹੜੀ ਐਸੇ ਦਸੰਬਰ ਮਹੀਨੇ 'ਚ ਸ਼ੁਰੂ ਕਰਾਉਣ ਜਾ ਰਹੇ ਹਾਂ। ਉਹਦੇ 'ਚ 10 ਕੰਟਰੀਜ਼ ਪਾਰਟੀਸਪੇਟ ਕਰਨਗੇ ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ, ਜ਼ਿਲ੍ਹਿਆਂ ਦੇ ਵਿੱਚ ਜਿਹੜੇ ਹੈਗੇ ਆ ਉਹਦੇ ਟੂਰਨਾਮੈਂਟ ਹੋਣੇ ਆ। ਇੱਕ ਹਫ਼ਤਾ ਟੂਰਨਾਮੈਂਟ ਗੱਤਕੇ ਦੇ ਪੂਰੇ ਚੱਲਣੇ ਆ ਜੀ, 10 ਮੁਲਕਾਂ ਦੀਆਂ ਟੀਮਾਂ
ਤੇ ਉਸ ਤੋਂ ਬਿਨਾ ਜਿਹੜਾ ਏਸ਼ੀਆ ਗੱਤਕਾ ਕੱਪ ਹੋਣਾ ਸਾਡਾ ਨੈਸ਼ਨਲ ਹੋ ਚੁੱਕਿਆ ਹੋਇਆ। ਏਸ਼ੀਆ ਗੱਤਕਾ ਕੱਪ ਸਾਡੇ ਜਿਹੜੇ ਏਸ਼ੀਅਨ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ SP ਸਿੰਘ ਓਬਰਾਏ ਜੀ ਨੇ, ਉਹਨਾਂ ਨੇ ਓਨ ਕੀਤਾ ਹੋਇਆ, ਅਨਾਉਂਸ ਹੋ ਚੁੱਕਿਆ ਹੋਇਆ। ਤੇ ਉਹ ਜਾਂ ਤਾਂ ਉਹ ਦੁਬਈ 'ਚ ਹੋਊਗਾ ਸਾਡਾ ਕੱਪ, ਤੇ ਜਾਂ ਫਿਰ ਮਲੇਸ਼ੀਆ ਜਾਂ ਸਿੰਗਾਪੁਰ 'ਚ, ਤਿੰਨੋਂ ਥਾਵਾਂ ਤੇ। ਉਹ ਉਹਨਾਂ ਦੀ, ਕਿਉਂਕਿ ਉਹ ਪ੍ਰਧਾਨ ਨੇ, ਇਹ ਉਹਨਾਂ ਦਾ ਪ੍ਰੈਰੋਗੇਟਿਵ ਹੈ, ਉਹਨਾਂ ਨੇ ਕਿੱਥੇ ਉਹ ਕਰਵਾ ਦਿੰਦੇ ਆ। ਅੱਛਾ, ਜਿਸ ਤਰ੍ਹਾਂ ਆਪਾਂ ਕਾਮਨਵੈਲਥ ਜਾਂ ਹੋਰ ਜਿਹੜੇ ਇੰਟਰਨੈਸ਼ਨਲ ਖੇਡਾਂ ਹੋ ਰਹੀਆਂ ਨਾ, ਉਹਦੇ 'ਚ ਜਿਸ ਤਰ੍ਹਾਂ ਤਲਵਾਰਬਾਜ਼ੀ ਦਾ ਮੁਕਾਬਲਾ ਹੁੰਦਾ ਨਾ, ਲਗਭਗ ਇਹ ਵੀ ਗੇਮ ਉਸ ਤਰ੍ਹਾਂ ਦੀ ਹੈਗੀ ਆ। ਇਹ ਲੱਗਦਾ ਕਿ ਕਦੇ ਨਾ ਕਦੇ ਕਾਮਨਵੈਲਥ ਜਾਂ ਨੇਸ਼ਨ ਗੇਮ ਜਾਂ ਵਰਲਡ ਗੇਮਾਂ ਦੀ ਵੀ ਰਾਣੀ ਬਣੇਗੀ ਇਹ। ਅਸੀਂ ਜੀ ਜੋ UK 'ਚ ਵੀ ਟੂਰਨਾਮੈਂਟ ਹੋਇਆ, ਉੱਥੇ ਵੀ ਢੀਂਡਸਾ ਸਾਹਿਬ ਨੇ ਅਨਾਉਂਸ ਕੀਤਾ। ਇੱਥੇ ਵੀ ਜਿਸ ਦਿਨ MOU ਸਾਈਨ ਹੋਇਆ ਸਾਡਾ, ਉਸ ਦਿਨ ਵੀ ਢੀਂਡਸਾ ਸਾਹਿਬ ਦਾ ਇਹ ਇੱਕ ਵਿਜ਼ਨ ਹੈ ਸਾਡਾ, ਮਤਲਬ ਅਸੀਂ ਉਹਨਾਂ ਦੇ ਪਿੱਛੇ ਲੱਗੇ ਹੋਏ ਸਾਰੇ, ਕਿ ਇਸ ਖੇਡ ਨੂੰ ਓਲੰਪਿਕ ਦੇ ਵਿੱਚ ਸ਼ਾਮਲ ਕਰਵਾਇਆ ਜਾਵੇ। ਸਭ ਤੋਂ ਸਾਡੀ ਕੋਸ਼ਿਸ਼ ਹੈ ਕਿ ਚਾਹੇ ਅੱਜ, ਮਤਲਬ ਅੱਜ ਤੋਂ 50 ਸਾਲਾਂ ਨੂੰ, ਚਾਹੇ 10 ਸਾਲਾਂ ਨੂੰ, ਜਦੋਂ ਵੀ ਕਿਤੇ ਮਤਲਬ ਸਾਡੀ ਕੋਸ਼ਿਸ਼ ਲੱਗੇ, ਗੁਰੂ ਮਹਾਰਾਜ ਕਿਰਪਾ ਕਰਨ ਤੇ ਸਾਰੇ ਵਿਸ਼ਵ 'ਚ ਵਸਦੇ ਸਿੱਖ ਜਿਹੜੇ ਇਸ ਗੱਲ ਦਾ ਸਾਥ ਦੇਣ, ਤੇ ਅਸੀਂ ਇਸ ਖੇਡ ਨੂੰ ਏਸ਼ੀਅਨ ਖੇਡਾਂ, ਕਾਮਨਵੈਲਥ ਖੇਡਾਂ ਤੇ ਓਲੰਪਿਕ ਖੇਡਾਂ ਦੇ ਵਿੱਚ ਸ਼ਾਮਲ ਕਰਵਾਵਾਂਗੇ। ਚਾਹੇ ਮਤਲਬ ਸਾਰਿਆਂ ਨੂੰ ਮੇਰੀ ਅਪੀਲ ਹੈ ਕਿ ਉਹ ਇਸ ਦੇ ਵਿੱਚ ਸ਼ਾਮਲ ਹੋਣ, ਇਸ ਮੁਹਿੰਮ ਦੇ ਵਿੱਚ। ਅੱਛਾ, ਜਿਸ ਤਰ੍ਹਾਂ ਅੱਜ ਕੱਲ੍ਹ ਔਰਤਾਂ ਦੇ ਅਤਿਆਚਾਰ ਹੋ ਰਹੇ ਹੈਗੇ ਨੇ, ਤੇ ਇਹ ਜਿਹੜਾ ਕੁੜੀਆਂ ਸਿੱਖ ਰਹੀਆਂ ਹੈਗੀਆਂ ਨਾ, ਉਹਨਾਂ ਵਾਸਤੇ ਬਕਾਇਦਾ ਤੌਰ ਤੇ ਇੱਕ ਡਿਫੈਂਸਿਸ ਤੌਰ ਤੇ ਬੜੀ ਜ਼ਬਰਦਸਤ ਗੇਮ ਹੈ। ਤੇ ਕੋਈ ਹੋਰ ਵੀ ਹੇਠਲੇ ਲੈਵਲ ਤੋਂ ਕੋਈ ਇਦਾਂ ਦਾ ਉਪਰਾਲਾ ਕੀਤਾ ਜਾ ਰਿਹਾ ਕਿ ਘਰ ਘਰ ਜਿਹੜੀਆਂ ਕੁੜੀਆਂ ਉਹ ਇਸ ਖੇਡ ਨੂੰ ਅਪਣਾਉਣ ਤੇ ਆਪਣੀ ਲੋੜ ਪੈਣ ਤੇ ਉਹ ਕਿਸੇ ਵੀ ਅਤਿਆਚਾਰ ਦਾ ਮੁਕਾਬਲਾ ਕਰ ਸਕਣ? ਜੀ, ਇਹ ਤੁਸੀਂ, ਮੈਂ ਤੁਹਾਨੂੰ ਇਸ ਦੇ ਸੰਦਰਭ 'ਚ ਇੱਕ ਹੋਰ ਦੱਸਦਾ। ਜਿਹੜੀ ਆਪਣੀ ਯੂਨੀਅਨ ਸਪੋਰਟਸ ਮਿਨਿਸਟਰੀ ਆ, ਸੈਂਟਰਲ ਆਪਣੇ ਗਵਰਨਮੈਂਟ ਆਫ ਇੰਡੀਆ ਦੇ ਸਪੋਰਟਸ ਮਿਨਿਸਟਰ ਨੇ, ਉਹਨਾਂ ਨੇ ਜਿਹੜੇ ਸਾਡੇ ਦੇਸ਼ ਦੇ ਮਾਰਸ਼ਲ ਆਰਟ ਨੇ, ਉਹਨਾਂ ਨੂੰ ਪ੍ਰਮੋਟ ਕਰਨ ਦਾ ਇੱਕ ਬੀੜਾ ਚੁੱਕਿਆ। ਉਹਦੇ 'ਚ ਗੱਤਕਾ ਵੀ ਸ਼ਾਮਲ ਹੈ ਜੀ। ਪਿਛਲੇ ਦਿਨੀ ਸਾਡੇ ਕੋਲੇ ਸਪੋਰਟਸ ਅਥਾਰਟੀ ਆਫ ਇੰਡੀਆ ਨਾਲ ਸਾਡਾ ਰਾਬਤਾ ਹੋਇਆ, ਤੇ ਉਹ ਪੰਜਾਬ 'ਚ 4 ਗੱਤਕਾ ਟ੍ਰੇਨਿੰਗ ਸੈਂਟਰਾਂ ਨੂੰ ਮਾਨਤਾ ਦੇ ਰਹੇ ਆ। ਉਹ ਉਹਨਾਂ ਤੇ ਕੋਚਿਸ ਨੂੰ ਵੀ ਮੰਥਲੀ ਪੈਸੇ ਮਿਲਣਗੇ, ਖਿਡਾਰੀਆਂ ਨੂੰ ਵੀ ਡਾਈਟ ਮਿਲੂਗੀ। ਇੱਕ ਤਾਂ ਇਹ ਵੱਡਾ ਉਪਰਾਲਾ ਹੋਇਆ। ਉਹ ਕਿਉਂਕਿ ਕਾਰਨ ਹੈ ਜਿਹੜਾ ਅੱਜ ਦਾ ਸਮਾਂ ਹੈ, ਖਾਸ ਕਰਕੇ ਲੜਕੀਆਂ ਲਈ ਹੈ। ਕੋਈ ਮਨ ਚਲੇ ਜਾਂ ਹੋਰ ਇੱਦਾਂ ਦੇ ਲੋਕ ਜਿਹੜੇ ਨੇ ਲੜਕੀਆਂ ਨੂੰ ਪਰੇਸ਼ਾਨ ਕਰਦੇ ਆ, ਉਹਨਾਂ ਨੂੰ ਮਾਰਸ਼ਲ ਆਰਟ ਦੀ, ਸੈਲਫ ਡਿਫੈਂਸ ਦੀ ਲੋੜ ਹੈ, ਚਾਹੇ ਉਹ ਜੁੱਡੋ, ਕਰਾਟੇ, ਗੱਤਕਾ ਕਿਉਂ ਨਾ ਹੋਵੇ। ਤੇ ਇਹ ਜਿਹੜੀ ਹੈ ਮਾਰਸ਼ਲ ਆਰਟ ਦੀ ਖੇਡ ਨੂੰ ਪ੍ਰਮੋਟ ਕਰਨਾ, ਇਹ ਇੱਕ ਹਰ ਸਰਕਾਰ ਦਾ ਅੱਜ ਉਹ ਇੱਕ ਏਜੰਡੇ 'ਚ ਸ਼ਾਮਲ ਹੈ। ਗੱਤਕਾ ਉਸੇ 'ਚ ਹੀ ਹੁੰਦਾ ਜੀ। ਤੇ ਮੈਂ ਕਹੂੰਗਾ ਕਿ ਜਿਹੜੀ ਸਾਡਾ ਮਾਰਸ਼ਲ ਆਰਟ ਹੈ ਗੱਤਕਾ, ਪੁਰਾਤਨ ਖੇਡ ਹੈ ਸਾਰੇ ਮਾਰਸ਼ਲ ਆਰਟਾਂ ਤੋਂ। ਇਹਦੇ 'ਚ ਜੋ ਜੋਸ਼ ਹੈ, ਇਹਦੇ 'ਚ ਇਹਨੂੰ ਸਿੱਖਿਆ ਜੋ ਬੰਦੇ ਦੇ ਅੰਦਰ ਸੈਲਫ ਡਿਫੈਂਸ ਦੀ ਭਾਵਨਾ ਆਉਂਦੀ ਹੈ, ਤੇ ਇੱਕ ਜਿਹੜੀ ਅਧਿਆਤਮਿਕ ਪਾਵਰ ਵੱਧਦੀ ਹੈ, ਉਹ ਮੇਰਾ ਖਿਆਲ ਕਿਸੇ ਹੋਰ ਖੇਡ 'ਚ ਨਹੀਂ। ਤੇ ਮੈਂ ਸਾਰੇ ਦਰਸ਼ਕਾਂ ਨੂੰ, ਸਾਰੇ ਇਸ ਡੇ ਐਂਡ ਨਾਈਟ ਬਾਰੇ ਪੂਰੀ ਲੋਕਾਈ ਨੂੰ ਮੈਂ ਬੇਨਤੀ ਕਰਦਾ ਕਿ ਆਪਣੇ ਇੱਕ ਬੱਚੇ ਨੂੰ ਗੱਤਕਾ ਸਿਖਾਓ। ਖਾਸ ਕਰਕੇ ਜਿਹੜੀਆਂ ਬੱਚੀਆਂ ਨੇ ਉਹਨਾਂ ਨੂੰ ਤਾਂ ਜ਼ਰੂਰ ਗੱਤਕਾ ਸਿਖਾਓ। ਮੇਰਾ ਇਹ ਪਿਛਲੇ 4 ਸਾਲ ਦਾ ਤਜਰਬਾ ਰਿਹਾ ਭੁੱਲਰ ਸਾਹਿਬ, ਕਿ ਜਿਹੜੀ ਕੁੜੀ ਨੇ ਗੱਤਕਾ ਸਿੱਖਿਆ ਉਹ ਸਮਾਜ ਦੇ ਵਿੱਚ ਸਿਰ ਉੱਚਾ ਕਰਕੇ ਚੱਲਦੀ ਆ, ਕਿਉਂਕਿ ਉਹਨੂੰ ਪਤਾ ਹੈ ਕਿ ਮੇਰੇ ਹੱਥ 'ਚ ਕੁਛ ਹੁਨਰ ਹੈਗਾ, ਮੇਰੇ ਹੱਥ 'ਚ ਸਕਿੱਲ ਹੈ, ਤੇ ਲੋੜ ਪੈਣ ਤੇ ਮੈਂ ਕਿਸੇ ਬਦਮਾਸ਼ ਦਾ ਮਨਚਲੇ ਦਾ ਮੁਕਾਬਲਾ ਕਰ ਸਕਦੀ ਹਾਂ। ਅੱਛਾ, ਤੁਹਾਡੇ ਜਿਹੜੀ ਖੇਡ ਐਸੋਸੀਏਸ਼ਨ ਦੀ ਸਥਾਪਨਾ ਕੀਤੀ, ਬੜਾ ਵਧੀਆ ਉਪਰਾਲਾ, ਇੱਕ ਤੁਸੀਂ ਪੂਰਿਆਂ ਨੂੰ ਇਕੱਠਾ ਕਰਤਾ ਕਿ ਪੰਜਾਬ ਦੀ ਰਾਣੀ ਬਣਾਤਾ ਖੇਡ ਗੱਤਕਾ ਨੂੰ। ਪਰ ਜਿਹੜੀਆਂ ਪਿੰਡਾਂ 'ਚ, ਸ਼ਹਿਰਾਂ 'ਚ ਜਿਹੜੀਆਂ ਗੱਤਕਾ ਐਸੋਸੀਏਸ਼ਨ ਆ, ਉਹ ਇੱਕ ਉਹਨਾਂ ਦਾ ਇਲਜ਼ਾਮ ਹੈਗਾ ਕਿ ਤੁਸੀਂ ਇਹਨਾਂ ਦਾ ਪਹਿਰਾਵਾ ਬਦਲਤਾ ਇਸ ਖੇਡ ਦਾ ਵਿੱਚ, ਟਰੈਕ ਸੂਟ ਤੇ ਲੈ ਆਂਦਾ ਹੈਗਾ। ਜੀ ਉਹ ਕਿਉਂ ਹੈਗਾ? ਕਿਉਂਕਿ ਸਾਡੇ ਜਦੋਂ ਗੁਰੂ ਕਾਲ ਵੇਲੇ ਨਿਹੰਗ ਸਿੰਘ ਉਹ ਸਿੱਧਾ ਹੀ ਚੋਲਾ ਪਾ ਕੇ ਖੇਡਦੇ ਹੈਗੇ, ਉਹਦਾ ਇੱਕ ਆਪਣਾ ਇੱਕ ਲੌਕਿਕ ਹੈਗਾ ਸੀ ਜੀ। ਉਹਦੇ 'ਚ ਮੈਂ ਭੁੱਲਰ ਸਾਹਿਬ, ਮੈਂ ਤੁਹਾਨੂੰ ਦੱਸਿਆ ਕਿ ਅਸੀਂ 1936 ਦੇ ਰੂਲ ਬੁੱਕ ਅਡਾਪਟ ਕੀਤੇ ਆ। ਜਿਹੜੀ 1936 ਦੀ ਰੂਲ ਬੁੱਕ ਹੈ, ਮੈਂ ਤੁਹਾਨੂੰ ਉਹਦੀ ਕਾਪੀ ਵੀ ਦਿੱਤੀ ਹੈ, ਪੁਰਾਣੀਆਂ ਉਹਦੇ 'ਚ ਫੋਟੋਆਂ ਦਿੱਤੀਆਂ ਨੇ 1936 ਦੀਆਂ। ਫਸਟ ਆਫ ਆਲ ਕਿ ਜਿਹੜੀ ਖੇਡ ਹੈ ਉਹ ਕਿਸੇ ਧਰਮ ਦੀ ਨਹੀਂ ਹੁੰਦੀ ਜਦੋਂ ਉਹ ਖੇਡ ਹੁੰਦੀ, ਕਿਸੇ ਕੰਟਰੀ, ਧਰਮ, ਜਾਤ ਪਾਤ ਦੀ ਨਹੀਂ ਹੁੰਦੀ। ਸਿੱਖ ਧਰਮ ਤਾਂ ਵੈਸੇ ਹੀ ਵਿਸ਼ਾਲ ਹੈ, ਇਹਦੇ 'ਚ ਤਾਂ ਹਰ ਇੱਕ ਲਈ, ਹਰ ਕੌਮਾਂ ਲਈ ਸਾਡਾ ਗੁਰੂ ਮਹਾਰਾਜ ਨੇ ਜਿਹੜਾ ਸਭੇ ਸਾਂਝੀਵਾਲ ਸਦਾਇਣ, ਕੋਈ ਨਾ ਦੇਸੇ ਬਾਹਰਾ ਜੀਓ। ਤੇ ਗੁਰੂ ਨਾਨਕ ਦੇਵ ਜੀ ਤਾਂ 4 ਉਦਾਸੀਆਂ ਤੇ ਜਦੋਂ ਗਏ ਆ, ਤੇ ਉਹ ਜਿੱਥੋਂ ਦੀ ਉਦਾਸੀ ਹੁੰਦੀ ਸੀ ਉਹੇ ਜਿਹੇ ਉਦਾਸੀ ਵਾਲੇ ਕੱਪੜੇ ਹੁੰਦੇ ਸੀ, ਕਿ ਮੈਂ ਉਹਨਾਂ ਲੋਕਾਂ ਵਰਗਾ ਲੱਗਾ। ਤੇ ਉਸ ਤੋਂ ਅਗਲੀ ਗੱਲ, ਅਸੀਂ ਤਾਂ 2009 ਦੇ ਵਿੱਚ ਹੋਂਦ 'ਚ ਆਏ ਆ।
1936 ਕਦੋਂ ਸਾਲ ਸੀਗਾ 1985 ਤੱਕ ਦੀਆਂ ਮੈਂ ਇੱਕ ਤੁਹਾਨੂੰ ਫੋਟੋ ਦਿੱਤੀ ਹੈ, ਵਿੱਚ ਖਾਲਸਾ ਕਾਲਜ ਦੀ ਫੋਟੋ ਹੈ ਜੀ, ਸਰਦਾਰ ਬਿਸ਼ਨ ਸਿੰਘ ਸਮੁੰਦਰੀ ਉੱਥੇ ਹੁੰਦੇ ਸੀਗੇ ਪ੍ਰਿੰਸੀਪਲ, ਉਹ ਟੀਮ ਦੀ ਫੋਟੋ ਹੈ ਸਾਡੇ ਕੋਲ। ਖਾਲਸਾ ਕਾਲਜ ਜਿਹੜਾ ਆਪਣਾ ਉੱਥੋਂ ਦਾ ਲੁਧਿਆਣੇ ਦਾ ਗਵਰਨਮੈਂਟ ਕਾਲਜ ਆ, ਉਹਨਾਂ ਦੀ ਟੀਮਾਂ ਦੀਆਂ ਫੋਟੋਆਂ ਨੇ। 1936 ਤੋਂ 1985 ਤੱਕ ਦੀਆਂ ਜਿੰਨੀਆਂ ਸਾਡੇ ਕੋਲੇ ਇਤਿਹਾਸਕ ਫੋਟੋਆਂ ਨੇ, ਦੇਖੋ ਜਦੋਂ ਖੇਡ ਖੇਡੀ ਜਾਂਦੀ ਆ ਤਾਂ ਉਹ ਪੂਰੀ ਜਿਹੜੀ ਸਪੋਰਟਸ ਕਿਟ ਹੈ ਉਸੇ 'ਚ ਹੀ ਖੇਡੀ ਜਾਂਦੀ ਹੈ, ਤੇ ਅਸੀਂ ਉਸੇ ਯੂਨੀਵਰਸਿਟੀ ਨੇ 2001 ਦੇ ਵਿੱਚ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਸੇ ਸਪੋਰਟਸ ਕਿਟ ਨੂੰ ਅਡਾਪਟ ਕੀਤਾ 2001 ਦੇ ਵਿੱਚ। ਤੇ ਜਦੋਂ ਅਸੀਂ 2009 ਦੇ ਵਿੱਚ ਇਸ ਫੀਲਡ 'ਚ ਕੁੱਦੇ ਆ, ਗੱਤਕੇ ਵਾਲੇ ਪਾਸੇ ਫੈਡਰੇਸ਼ਨਾਂ ਬਣੀਆਂ ਨੇ, ਤੇ ਅਸੀਂ ਫਿਰ ਉਹ ਪੁਰਾਣੀ ਜੋ ਸਾਡੀ ਲੈਗੇਸੀ ਚੱਲੀ ਆ ਰਹੀ ਸੀ, ਹਿਸਟਰੀ ਚੱਲੀ ਆ ਰਹੀ ਸੀ, ਉਹੀ ਅਸੀਂ ਅਪਣਾਇਆ। ਇਹ ਕਹਿ ਦੇਣਾ ਕਿ ਜੀ ਅਸੀਂ ਸਾਡੀਆਂ ਫੈਡਰੇਸ਼ਨਾਂ ਨੇ ਕੋਈ ਚੇਂਜ ਕਰਤਾ ਨਥਿੰਗ, ਸਾਡਾ ਤਾਂ ਪਿਛਲਾ ਵਿਰਸਾ ਹੀ ਅਸੀਂ ਅਪਣਾਇਆ, ਉਸੇ ਨੂੰ ਪ੍ਰਮੋਟ, ਅਸੀਂ ਤਾਂ ਬੰਦ ਹੋਈ ਖੇਡ ਨੂੰ ਰਿਵਾਈਵ ਕੀਤਾ, ਹੋਰ ਸਾਡਾ ਕੋਈ ਰੋਲ ਨਹੀਂ। ਗਰੇਵਾਲ ਸਾਹਿਬ ਤੁਸੀਂ ਹੋਰ ਇਸ ਖੇਡ ਨੂੰ ਬੁਲੰਦੀਆਂ ਤੇ ਲੈ ਕੇ ਜਾਓ, ਤੁਹਾਡਾ ਤੁਸੀਂ ਕਿਰਪਾ ਕਰੇ ਤੁਹਾਡੇ ਪਰਮਾਤਮਾ ਪੂਰੀ ਟੀਮ ਵੱਲੋਂ ਕਿ ਗੱਤਕਾ ਓਲੰਪਿਕ ਦੀ ਵੀ ਰਾਣੀ ਬਣੇ ਹੈਗੇ, ਤੁਸੀਂ ਸਾਡੇ ਸਟੂਡੀਓ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਰੇ ਦਰਸ਼ਕਾਂ ਦਾ ਧੰਨਵਾਦ। ਦੋਸਤੋ, ਗੱਤਕਾ ਖੇਡ ਸਾਡੀ ਗੁਰੂ ਸਾਹਿਬਾਨ ਦੀ ਹਾਣੀ ਹੈ। ਦੁਨੀਆ ਭਰ ਵਿੱਚ ਵਸਦੇ ਸਿੱਖ ਗੱਤਕਾ ਖੇਡਣਾ ਆਪਣਾ ਫਰਜ਼ ਸਮਝਦੇ ਨੇ। ਹੁਣ ਗੱਤਕਾ ਨੇ ਇੱਕ ਨਵਾਂ ਰੂਪ ਲੈ ਲਿਆ, ਪਿੰਡਾਂ ਵਿੱਚੋਂ ਨਿਕਲ ਕੇ ਸ਼ਹਿਰਾਂ ਤੇ ਟੈਲੀਫਿਲਮਾਂ ਵਿੱਚ ਵੀ ਆਪਣਾ ਸਥਾਨ ਬਣਾ ਲਿਆ, ਪੜ੍ਹਾਈ ਦੀ ਮਾਧਿਅਮ ਵੀ ਬਣ ਚੁੱਕੀ ਹੈ। ਗੱਤਕਾ ਖੇਡਣ ਵਾਲੇ ਤੇ ਇਸ ਨੂੰ ਬੁਲੰਦੀਆਂ ਤੇ ਲਿਜਾਉਣ ਵਾਲੇ ਵਧਾਈ ਦੇ ਪਾਤਰ ਨੇ। ਜਾਗੋ ਪੰਜਾਬ ਵਿੱਚ ਅੱਜ ਦੇ ਲਈ ਬਸ ਇੰਨਾ ਹੀ। ਤੁਸੀਂ ਆਪਣੇ ਕੀਮਤੀ ਸੁਝਾਅ ਸਾਡੀ ਈਮੇਲ ਆਈਡੀ editor@dayandnightnews.com ਤੇ ਵੀ ਭੇਜ ਸਕਦੇ ਹੋ। ਇੱਕ ਨਵੇਂ ਮੁੱਦੇ ਤੇ ਇੱਕ ਨਵੀਂ ਹਸਤੀ ਨਾਲ ਫਿਰ ਮਿਲਾਂਗੇ, ਤਦ ਤੱਕ ਲਈ ਸਾਨੂੰ ਦਿਓ ਆਗਿਆ। ਹਮੇਸ਼ਾ ਹੱਸਦੇ ਰਹੋ, ਵਸਦੇ ਰਹੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।